ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵਉ, ਹਿਰਦੈ ਨਿਤ ਧਿਆਵਉ। ਸ੍ਰੀ ਗੁਰੂ ਰਾਮਦਾਸ ਗੁਣ ਗਾਵਉ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪ੍ਰਕਾਸਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਕਬਿਤ, ਨਾਰ ਦੁਰਾਚਾਰਨ ਬਿਬਚਾਰਨ ਕੀ ਚਾਲ ਜਿਹੇ। ਸੋ ਤੋ ਦੁਖ ਦੈਨਹੂ ਕੇ ਜੋਗ ਮਨ ਜਾਨੀਏ। ਨਾਰ ਦੁਰਾਚਾਰ ਬਿਬਚਾਰਨ ਕੀ ਚਾਲ ਜਿਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਚਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਸਿੱਖ ਧਰਮ ਦੇ ਬਾਨੀ ਹਨ ਅਤੇ ਗਰੀਬ ਨਵਾਜੀ ਜੋ ਸਿੱਖ ਧਰਮ ਦੇ ਹਜੂਰ ਜੀ ਨੇ ਅਸੂਲ ਬਖਸ਼ਿਸ਼ ਕੀਤੇ ਹਨ, ਉਹਨਾਂ ਦਾ ਆਪ ਪ੍ਰਚਾਰ ਕਰ ਰਹੇ ਹਨ। ਤੋ ਸਤਿਗੁਰੂ ਪਾਤਸ਼ਾਹ ਅੰਤਰਜਾਮੀ ਸਰਬ ਕਲਾ ਸਮਰੱਥ ਹਨ। ਮਹਾਨ ਬਖਸ਼ਿਸ਼ਾਂ ਕੀਤੀਆਂ ਨੇ ਸਤਿਗੁਰਾਂ ਨੇ, ਰਹਿਮਤ ਕੀਤੀ ਹੈ। ਏਮਨਾਬਾਦ ਵਿੱਚ ਜਾ ਕੇ ਭਾਈ ਲਾਲੋ ਜੀ ਨੂੰ ਉਤਾਰਿਆ ਹੈ। ਸਿੱਖੀ ਦਾ ਧਰਮ ਪ੍ਰਚਾਰ ਕੀਤਾ। 1 ਮਹੀਨੇ ਦਾ ਉਹਨਾਂ ਨਾਲ ਬਚਨ ਸੀ, ਗੁਰੂ ਸਾਹਿਬ ਨੇ ਪੂਰਾ ਕੀਤਾ। ਦੁਬਾਰਾ ਜਾ ਕੇ ਇੱਥੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਕੇ ਅੱਗੇ ਚੱਲੇ ਹਨ। ਤੋ ਗਰੀਬ ਨਵਾਜ ਪਾਤਸ਼ਾਹ ਜੀ ਕਾਮਰੂ ਦੇਸ਼ ਲਿਖਿਆ ਹੈ, ਢਾਕਾ ਬੰਗਾਲਾ ਦਾ ਨਾਮ ਆਇਆ ਹੈ, ਜਿੱਥੇ ਲੋਕਾਂ ਦਾ ਵਿਸ਼ਵਾਸ ਜਾਦੂ ਟੂਣਿਆ ਸੀ। ਵਾਹਿਗੁਰੂ ਪਰਮੇਸ਼ਵਰ ਤੋਂ ਭੁੱਲੇ ਹੋਏ ਇਹ ਲੋਕ ਮਾੜੇ ਕਰਮਾਂ 'ਚ ਪੈ ਕੇ ਨਰਕਗਾਮੀ ਬਣ ਰਹੇ ਸਨ। ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ। ਉਸ ਇਲਾਕੇ ਦੇ ਵਿੱਚ ਹਜ਼ੂਰ ਪਾਤਸ਼ਾਹ ਜੀ ਜਾ ਚਰਨ ਪਾਏ ਨੇ। ਰਸਤੇ ਵਿੱਚ ਮਰਦਾਨਾ ਜੀ ਨੂੰ ਭੁੱਖ ਲੱਗੀ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦਾ, ਮਹਾਰਾਜ 3 ਦਿਨ ਹੋ ਗਏ ਨੇ, ਕੁਝ ਛਕਿਆ ਨਹੀਂ। ਮੈਂ ਤਾਂ ਇੱਦਾਂ ਹੀ ਤੁਰਿਆ ਜਾਂਦਾ, ਕਿਤੇ ਡਿੱਗ ਪਊ ਮਹਾਰਾਜ, ਤੇ ਮੈਨੂੰ ਤਾਂ ਜੰਮ ਦੇ ਘਰ ਪਹੁੰਚਾ ਦਿਓਗੇ।
ਮਹਾਰਾਜ ਹੱਸ ਕੇ ਕਹਿੰਦੇ, ਮਰਦਾਨਾ ਜੇ ਤੂੰ ਮਰ ਵੀ ਜਾਏਗਾ ਤਾਂ ਵੀ ਤੈਨੂੰ ਜਿਉਂਦਾ ਕਰ ਲਾਂਗੇ, ਜਾਣ ਨਹੀਂ ਦਿੰਦੇ, ਫਿਕਰ ਨਾ ਕਰ। ਕਹਿੰਦਾ ਮਹਾਰਾਜ ਭੁੱਖ ਲੱਗੀ ਹੈ। ਅੱਕ ਦੇ ਬੂਟੇ ਸਨ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਵੀ ਆ ਫਲ ਖਾ ਲਾ। ਕਹਿੰਦਾ ਗਰੀਬ ਨਵਾਜ ਮੈਨੂੰ ਮਖੌਲ ਕਰਦੇ ਹੋ, ਅੱਕ ਜਿਹੜਾ ਜ਼ਹਿਰ ਹੁੰਦਾ ਹੈ ਮੈਂ ਤੇ ਖਾ ਕੇ ਮਰ ਜਾਊਂ। ਗਰੀਬ ਨਵਾਜ ਕਹਿੰਦੇ ਤੂੰ ਫਿਕਰ ਨਾ ਕਰ, ਤੂੰ ਖਾ ਕੇ ਵੇਖ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ। ਜਿਸ ਵੇਲੇ ਨਿਗਾਹ ਪਾਈ ਉਹ ਅੰਮ੍ਰਿਤ ਫਲ ਬਣੇ ਹਨ। ਅੰਮ੍ਰਿਤ ਦਾ ਸਵਾਦ ਆਇਆ, ਛਕ ਕਰਕੇ ਪੇਟ ਭਰਿਆ। ਇਸ ਨੇ ਕੁਝ ਗੁਰੂ ਸਾਹਿਬ ਦੇ ਦੱਸੇ ਤੋਂ ਬਿਨਾਂ ਚੋਰੀ ਲੁਕਾ ਲਏ ਨੇ ਵੀ ਅਗਲੇ ਕੱਲ੍ਹ ਨੂੰ ਭੁੱਖ ਲੱਗੇ ਫੇਰ ਖਾਵਾਂਗੇ। ਅਗਲੇ ਦਿਨ ਭੁੱਖ ਲੱਗੀ, ਖਾਧੇ ਤੇ ਅੱਕ ਨੇ ਅਸਰ ਕੀਤਾ। ਤੇ ਅੱਕ ਦਾ ਜਿਸ ਵੇਲੇ ਅਸਰ ਹੋਇਆ, ਪੇਟ ਦੇ ਵਿੱਚ ਇਸ ਪ੍ਰਕਾਰ ਦਰਦ ਆਦਿਕ, ਚੱਕਰ ਆਦਿਕ, ਧਰਤੀ ਤੇ ਲੇਟ ਗਿਆ। ਕਦੇ ਬਹਿੰਦਾ, ਪੇਟ ਨੂੰ ਦੱਬਦਾ, ਦੁਖੀ ਹੁੰਦਾ, ਹਾਏ ਹਾਏ ਕਰਦਾ ਤੇ ਸੋਚਦਾ ਗੁਰੂ ਸਾਹਿਬ ਨੂੰ ਦੱਸ ਨਹੀਂ ਸਕਦਾ ਮਹਾਰਾਜ ਤੋਂ ਚੋਰੀ ਕੀਤਾ ਸੀ। ਗੁਰੂ ਸਾਹਿਬ ਅੰਤਰਜਾਮੀ ਨੇ ਕਹਿ ਦਿੱਤਾ, ਮਰਦਾਨਾ ਤੂੰ ਚੋਰੀ ਫਲ ਲੁਕਾ ਕੇ ਰੱਖ ਕੇ ਖਾਧੇ ਨੇ। ਇਸ ਪ੍ਰਕਾਰ ਅੱਕਦੇ ਤੇ ਉਦੋਂ ਹੀ ਤੈਨੂੰ ਜੇ ਆਪਣਾ ਲੋੜ ਸੀ ਤੇ ਬਚਨ ਕਰ ਲੈਂਦਾ ਤੇ ਆਹ ਕੰਮ ਤੇ ਨਾ ਹੁੰਦਾ। ਕਹਿੰਦਾ ਮਹਾਰਾਜ ਭੁੱਲ ਗਿਆ, ਮੇਰੇ ਤੇ ਕਿਰਪਾ ਕਰੋ, ਮੈਂ ਅਣਜਾਣ ਸਾਂ। ਗੁਰੂ ਸਾਹਿਬ ਨੇ ਆਪਣੇ ਹੱਥ ਨਾਲ ਉਸ ਅੱਕ ਦੇ ਫਲ ਤੋੜ ਕਰਕੇ ਦਿੱਤੇ, ਲੈ ਆਹ ਖਾ। ਉਹਦੇ ਨਾਲ ਗੁਰੂ ਸਾਹਿਬ ਉਸ ਨੂੰ ਰਾਜੀ ਕਰ ਦਿੱਤਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਏ ਨੇ। ਅੱਗੇ ਜਿਸ ਵੇਲੇ ਸੁੰਦਰ ਸ਼ਹਿਰ ਨਗਰ ਆਇਆ, ਇੱਕ ਦਰਖਤ ਦੀ ਛਾਂ ਥੱਲੇ ਗੁਰੂ ਸਾਹਿਬ ਜੀ ਬੈਠ ਗਏ ਨੇ ਤੇ ਸ਼ਹਿਨਸ਼ਾਹ ਪਿਤਾ ਗਰੀਬ ਨਵਾਜ ਇਸ ਤਰੀਕੇ ਦੇ ਨਾਲ ਸੋ ਹਜ਼ੂਰ ਜੀ ਨੇ ਬਖਸ਼ਿਸ਼ ਕੀਤੀ। ਤੋ ਇੱਥੇ ਮਹਾਰਾਜ ਨੇ ਜਾਦੂ ਟੂਣਿਆਂ ਵਾਲਿਆਂ ਦਾ ਜਿਹੜਾ ਸੀ ਉਹ ਪ੍ਰਭਾਵ ਜਿਹੜਾ ਸੀ ਉਸ ਨੂੰ ਦੂਰ ਕੀਤਾ। ਮਰਦਾਨਾ ਜੀ ਪ੍ਰਸ਼ਾਦਾ ਛਕਣ ਲਈ ਗਏ ਨੇ ਨਗਰੀ ਦੇ ਵਿੱਚ ਤੇ ਇਸ ਨੂੰ ਇਸ ਪ੍ਰਕਾਰ ਸੋ ਧਾਗਾ ਜਾਦੂ ਦਾ ਕਰਕੇ ਇਸ ਤੰਤਰ ਗਲ ਵਿੱਚ ਪਾ ਕਰਕੇ ਇਸ ਨੂੰ ਸੋ ਇਸ ਪ੍ਰਕਾਰ ਭੇਡੂ ਦੀ ਨਿਆਈ ਬਣਾ ਕਰਕੇ ਤੇ ਇਸ ਪ੍ਰਕਾਰ ਬੰਨ੍ਹ ਲਿਆ। ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਆਏ ਨੇ, ਜਦੋਂ ਸਾਹਿਬ ਗੁਰੂ ਨਾਨਕ ਸਾਹਿਬ ਭਾਈ ਬਾਲਾ ਜੀ ਦੇ ਉੱਪਰ ਇਹਨਾਂ ਨੇ ਆਪਣਾ ਸੋ ਇਸ ਤਰ੍ਹਾਂ ਜ਼ੋਰ ਪਾਉਣ ਦੀ ਕੋਸ਼ਿਸ਼ ਕੀਤੀ, ਸੋ ਧਾਗਾ ਪਾਉਣ ਲੱਗੇ ਤਾਂ ਉਸ ਵੇਲੇ ਉਹ ਬੀਬੀਆਂ ਜਿਹੜੀਆਂ ਸੀ ਇਸ ਪ੍ਰਕਾਰ ਸੋ ਇੱਕ ਭੇਡ ਬਣ ਗਈ, ਦੂਸਰੀ ਕੁੱਤੀ ਬਣ ਗਈ ਹੈ, ਤੁਰੀਆਂ ਫਿਰਦੀਆਂ ਨੇ। ਤੇ ਇਸ ਤਰੀਕੇ ਉਹਨਾਂ ਦੇ ਘਰ ਵਾਲੇ ਆਏ ਨੇ, ਉਹਨਾਂ ਨੇ ਇਸ ਤਰੀਕੇ ਨਾਲ ਆ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਇਹਨਾਂ ਨੇ ਜਿਹੜਾ ਸੋ ਇਸ ਪ੍ਰਕਾਰ ਸੋ ਜਿਸ ਤਰੀਕੇ ਦਾ ਕੰਮ ਕੀਤਾ ਉਹੋ ਜਿਹਾ ਫਲ ਇਹਨਾਂ ਨੇ ਪਾ ਲਿਆ ਹੈ, ਤੁਸੀਂ ਹੁਣ ਕਿਰਪਾ ਕਰਕੇ ਇਹਨਾਂ 'ਤੇ ਬਖਸ਼ਿਸ਼ ਕਰੋ, ਗਰੀਬ ਨਵਾਜ ਰਹਿਮਤ ਕਰੋ। ਇਸ ਤਰੀਕੇ ਦੇ ਨਾਲ ਸੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਭਾਈ ਬਾਲਾ ਜੀ ਕਹਿੰਦਾ ਪਿਓ ਸੋ ਜਿਸ ਵੇਲੇ ਸੋ ਭੱਜ ਕੇ ਮੇਰੇ ਆਣ ਕੇ ਚਰਨੀ ਪਏ, ਮੈਂ ਕਿਹਾ ਵੀ ਗੁਰੂ ਨਾਨਕ ਸਾਹਿਬ ਜੀ ਹਨ ਬਖਸ਼ੰਦ, ਇਹਨਾਂ ਤੋਂ ਬਖਸ਼ਾਓ। ਤੇ ਇਸ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਹੁਣ ਬੇਨਤੀਆਂ ਕਰ ਰਹੇ ਨੇ ਕਿ ਗਰੀਬ ਨਵਾਜ ਜੀ ਤੁਸੀਂ ਕਿਰਪਾ ਕਰੋ। ਆਓ ਪਿਆਰ ਪੂਰਵਕ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਪਰਮੇਸ਼ਵਰ ਦਾ ਨਾਮ ਸਭ ਤੋਂ ਵੱਡਾ, ਜੰਤਰ ਮੰਤਰ ਤੰਤਰ ਸਭ ਇਸ ਤੋਂ ਨੀਚੇ ਹਨ। ਇਹਨਾਂ ਗੱਲਾਂ ਨੂੰ ਪ੍ਰਗਟਾਉਣ ਲਈ ਤੇ ਜਿਹੜੇ ਲੋਕ ਇਹੋ ਜਿਹੇ ਧਾਗੇ ਤਵੀਤਾਂ 'ਚ ਫਸੇ ਸਨ ਉਹਨਾਂ ਨੂੰ ਸਿੱਖਿਆ ਦੇਣ ਲਈ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਕੌਤਕ ਵਰਤਾਇਆ ਤੇ ਐਸੇ ਲੋਕਾਂ ਨੂੰ ਗੁਰਸਿੱਖ ਬਣਾ ਕੇ ਪਰਮੇਸ਼ਵਰ ਦੀ ਭਗਤੀ 'ਚ ਜਿਵੇਂ ਲਾਇਆ ਹੈ। ਪ੍ਰਸੰਗ ਨੂੰ ਸਰਵਣ ਕਰੀਏ, ਗੁਰੂ ਚਰਨਾਂ 'ਚ ਮਨ ਜੋੜੀਏ, ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਕਬਿਤ ਨਾਰ ਦੁਰਾਚਾਰ ਬਿਵਿਚਾਰਨ ਕੀ ਚਾਲ ਜਿਹੇ। ਗਰੀਬ ਨਵਾਜ ਇਹ ਜਿਹੜੀਆਂ ਔਰਤਾਂ ਨੇ ਇਸ ਪ੍ਰਕਾਰ ਇਹ ਮਾੜੇ ਜੀਵਨ ਵਾਲੀਆਂ ਹਨ, ਇਹਨਾਂ ਦੀ ਮਰਜ਼ਾਦਾ ਜਿਹੜੀ ਹੈ ਗਲਤ ਹੈ। ਸੋ ਤੋ ਦੁਖ ਦੈਨ ਹੂੰ ਕੇ ਜੋਗ ਮਨ ਜਾਨੀਏ। ਤੋ ਜਾਣ ਲੋ ਇਹ ਤਾਂ ਦੁੱਖ ਦੇਣ ਦੇ ਲਾਇਕ ਹੀ ਸਨ। ਭਏ ਹੋ ਅਧੀਨ ਪੁੰਨ ਬੇਨਤੀ ਸੋ ਕੀਨ ਤੁਮ। ਤੇ ਗੁਰੂ ਸਾਹਿਬ ਕਹਿੰਦੇ ਨੇ ਠੀਕ ਹੈ ਇਹਨਾਂ ਨੂੰ ਤਾਂ ਫਲ ਦੇਣਾ ਹੀ ਸੀ, ਪਰ ਤੁਸੀਂ ਹੁਣ ਆ ਕਰਕੇ ਬੜੇ ਨਿਮਰਤਾ ਸਹਿਤ ਅਧੀਨ ਹੋ ਕਰਕੇ ਜੋ ਬੇਨਤੀ ਕਰਦੇ ਹੋ। ਜਾਤ ਹੋਏ ਨਾਰ ਤਨ ਇਨ ਕੇ ਪਰ ਮਾਨੀਏ। ਇਸ ਵਾਸਤੇ ਕਹਿੰਦੇ ਭਈ ਤੁਹਾਡੀ ਬੇਨਤੀ ਕਬੂਲ ਕਰਦੇ ਆ ਤੇ ਚਲੋ ਕੀਤੇ ਦਾ ਫਲ ਪਾਇਆ ਇਹਨਾਂ ਨੇ। ਇਸ ਵਾਸਤੇ ਇਹ ਹੁਣ ਸੋ ਆਪਣੇ ਪਹਿਲੇ ਰੂਪ ਦੇ ਵਿੱਚ ਆ ਜਾਣਗੀਆਂ। ਐਸੇ ਹੀ ਭਨਤ ਪਈ ਦੇਹ ਤਿੰਨ ਪੂਰਬ ਸੀ। ਤੋ ਐਸੇ ਜਦੋਂ ਗੁਰੂ ਸਾਹਿਬ ਨੇ ਬਚਨ ਕਰ ਦਿੱਤਾ, ਇਹਨਾਂ ਜਾਦੂਗਰਨੀਆਂ ਦੇ ਸਰੀਰ ਫਿਰ ਔਰਤਾਂ ਦੇ ਸੁੰਦਰ ਬਣ ਗਏ ਹਨ। ਫੇਰ ਗੁਰ ਰੂਪ ਪੁੰਨ ਮਨ ਪੁਛਤਾਨੀਏ। ਧੰਨ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਬੜਾ ਮਨ 'ਚ ਪਛਤਾਵਾ ਕੀਤਾ ਵੀ ਕਾਹਨੂੰ ਐਸੇ ਮਹਾਂਪੁਰਸ਼ਾਂ ਨਾਲ ਮੱਥਾ ਲਾ ਲਿਆ ਸੀ। ਕਰਨਾ ਕੇ ਐਨ ਰਹੇ ਤਹਾਂ ਭਈ ਰੈਨ ਜਬ। ਰਾਤ ਹੋਈ ਮੇਰੇ ਸਤਿਗੁਰੂ
ਸਤਿਗੁਰੂ ਜੀ ਉੱਥੇ ਹੀ ਟਿਕੇ ਹਨ। ਕੀਨੀ ਸੁਖ ਸੈਨ ਜਾ ਕੋ ਭੈ ਨ ਕਿਤ ਥਾਨੀਏ। ਕਿਸੇ ਥਾਂ ਤੇ ਜਿਹਨੂੰ ਕੋਈ ਡਰ ਨਹੀਂ, ਉਹ ਤਾਂ ਸਭ ਦੇ ਡਰ ਦੂਰ ਕਰਨ ਵਾਲੇ ਹਨ। ਮੇਰੇ ਸਤਿਗੁਰੂ ਜੀ ਨੇ ਰਾਤ ਨੂੰ ਵਿਸ਼ਰਾਮ ਕੀਤਾ ਹੈ। ਸਵਈਆ ਪੁਨ ਸਾਰ ਭਈ ਤੁਨ ਕੰਬ ਕਈ। ਤੋ ਜਦੋਂ ਇਸ ਪ੍ਰਕਾਰ ਸਵੇਰ ਹੋਈ ਹੈ, ਮੰਦਰਾਂ ਦੇ ਵਿੱਚ ਸੰਖ ਵੱਜ ਗਏ ਅੰਮ੍ਰਿਤ ਵੇਲੇ। ਨਿਸਨਾਸ ਗਈ ਸੁਖ ਸਾਗਰ ਜਾਗੇ। ਜਦੋਂ ਰਾਤ ਦੂਰ ਹੋ ਗਈ ਹੈ, ਸੁੱਖਾਂ ਦੇ ਸਮੁੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਗੇ ਹਨ। ਮਿਲ ਮਾਨਵ ਜਾਨਵ ਭੇਵਹਿ ਕੋ। ਤੋ ਇਸ ਪ੍ਰਕਾਰ ਮਨੁੱਖ ਆਣ ਕੇ ਮਿਲੇ, ਜਿਨ੍ਹਾਂ ਨੇ ਗੁਰੂ ਦਾ ਭੇਤ ਜਾਣਿਆ ਕਿ ਪਰਮੇਸ਼ਵਰ ਹਨ ਰੂਪ। ਤਿਨ ਆਵਨ ਭੇਟ ਹਿਰਦੇ ਅਨਰਾਗੇ। ਇਸ ਪ੍ਰਕਾਰ ਆ ਕਰਕੇ ਸਤਿਗੁਰੂ ਪਾਤਸ਼ਾਹ ਨੂੰ ਮਿਲੇ ਹਨ, ਪ੍ਰੇਮ ਕੀਤਾ ਹੈ। ਪਗ ਪੌਹਲ ਦੀਨ ਕਰਤਾਰਥ ਕੀਨ। ਤੋ ਸ਼ਰਧਾ ਵਾਲਿਆਂ ਨੂੰ ਗੁਰੂ ਸਾਹਿਬ ਨੇ ਚਰਨ ਅੰਮ੍ਰਿਤ ਛਕਾ ਕਰਕੇ ਅੰਮ੍ਰਿਤ ਪਿਆਇਆ, ਉਹਨਾਂ ਨੂੰ ਗੁਰਸਿੱਖੀ ਦੀ ਦਾਤ ਬਖਸ਼ੀ ਹੈ। ਭਏ ਅਗਹੀਨ ਵੱਡੇ ਵੱਡ ਭਾਗੇ। ਵੱਡੇ ਭਾਗਾਂ ਵਾਲੇ ਜਿਨ੍ਹਾਂ ਦੇ ਭਾਗ ਜਾਗੇ ਨੇ, ਪਾਪਾਂ ਤੋਂ ਰਹਿਤ ਹੋ ਕਰਕੇ ਗੁਰੂ ਤੋਂ ਅੰਮ੍ਰਿਤ ਛਕ ਕਰਕੇ ਗੁਰੂ ਦੇ ਸਿੱਖ ਬਣ ਗਏ ਨਾਮ ਸਿਮਰਨ ਵਾਸਤੇ। ਦਿਨ ਪੰਚ ਰਹੇ ਅਗ ਓਗ ਦਹੇ। ਮੇਰੇ ਸਤਿਗੁਰੂ ਜੀ 5 ਦਿਨ ਰਹਿ ਕਰਕੇ ਇਹਨਾਂ ਲੋਕਾਂ ਨੂੰ ਸੋ ਇਸ ਪ੍ਰਕਾਰ ਗੁਰਸਿੱਖੀ ਦੇ ਰਸਤੇ ਤੇ ਲਾ ਕੇ ਗੁਰਸਿੱਖੀ ਦੀ ਦਾਤ ਬਖਸ਼ੀ, ਅਤੇ ਸਤਿਗੁਰੂ ਪਰਮੇਸ਼ਵਰ ਰੂਪ ਸਤਿਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਇਹਨਾਂ ਨੂੰ ਇਹੋ ਜਿਹੇ ਟੂਣੇ ਟਾਮਣ ਛਡਾ ਕਰਕੇ ਪਰਮੇਸ਼ਵਰ ਦੀ ਬੰਦਗੀ ਵਿੱਚ ਲਾਇਆ ਹੈ। ਪੁਨ ਬੈਨ ਕਹੇ ਹਮ ਜਾਹੇ ਅਗਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਈ ਹੁਣ ਅਸੀਂ ਅੱਗੇ ਜਾਣਾ, ਸਾਨੂੰ ਹੋਰ ਵੀ ਕੰਮ ਹੈ ਅੱਗੇ। ਕਰ ਜੋਰ ਉਪਮਾਨ ਬਿਨੈ ਜੋ ਬਖਾਨ। ਤੋ ਇਸ ਪ੍ਰਕਾਰ ਇਹ ਜਿਹੜੇ ਲੋਕ ਸਨ ਗੁਰਸਿੱਖ ਬਣ ਗਏ ਨੇ, ਇਹਨਾਂ ਨੇ ਹੱਥ ਜੋੜ ਕੇ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ। ਭਈ ਇਹ ਥਾਨ ਮਾਇਆ ਸੋ ਤੁਮਾਰੀ। ਗਰੀਬ ਨਵਾਜ ਬਹੁਤ ਕਿਰਪਾ ਕੀਤੀ, ਇਸ ਜਗ੍ਹਾ ਤੇ ਆਣ ਕੇ ਤੁਸਾਂ ਨੇ ਮਹਾਰਾਜ ਸਾਡੇ ਭੁਲੇਖੇ ਦੂਰ ਕੀਤੇ ਨੇ। ਗੁਰਸਿੱਖੀ ਦਾ ਮਾਰਗ ਪਰਮੇਸ਼ਰ ਨੂੰ ਮਿਲਦਾ ਸਿੱਧਾ ਰਸਤਾ ਤੁਸੀਂ ਦਿਖਾਇਆ ਹੈ ਜੀ। ਮਤ ਮੰਦਨ ਕੋ ਗਤ ਪੰਧ ਦਇਓ। ਮੰਦੀ ਮਤ ਵਾਲੇ ਸਾਰੇ ਲੋਕਾਂ ਨੂੰ ਤੁਸਾਂ ਨੇ ਮੁਕਤੀ ਦਾ ਰਾਹ ਦਿਖਾਇਆ ਪਾਤਸ਼ਾਹ। ਪਹਿਲਾਂ ਤਾਂ ਪਤਾ ਹੀ ਨਹੀਂ ਸੀ ਵੀ ਪ੍ਰਲੋਕ 'ਚ ਜਾ ਕੇ ਹਾਲਤ ਕੀ ਹੋਣੀ ਹੈ, ਡਰ ਹੀ ਨਹੀਂ ਸੀ। ਹੁਣ ਤੁਸਾਂ ਨੇ ਕਿਰਪਾ ਕੀਤੀ, ਪ੍ਰਲੋਕ ਦਾ ਸੁਧਾਰ ਕਰਨ ਵਾਸਤੇ ਸਾਨੂੰ ਸ਼ੁਭ ਉਪਦੇਸ਼ ਤੇ ਦਾਤ ਨਾਮ ਦੀ ਬਖਸ਼ ਕੇ ਨਿਹਾਲ ਕੀਤਾ ਹੈ। ਸੁਖ ਕੰਦ ਗੋਬਿੰਦ ਮੁਕੰਦ ਉਦਾਰੀ। ਸੁੱਖਾਂ ਦੇ ਦਾਤੇ, ਮੁਕਤੀ ਦੇ ਦਾਤੇ, ਪਰਮੇਸ਼ਰ ਦਾ ਰੂਪ ਤੁਸੀਂ ਮਹਾਨ ਖੁੱਲੇ ਦਿਲ ਵਾਲੇ ਦਾਤੇ ਹੋ ਜੀ। ਇਹ ਠੌਰ ਰਹੋ ਦਿਨ ਔਰ ਕਛੂ। ਗਰੀਬ ਨਵਾਜ ਕੁਛ ਦਿਨ ਹੋਰ ਸਾਡੇ ਪਾਸ ਠਹਿਰੋ, ਆਪ ਜੀ ਕਿਰਪਾ ਕਰੋ। ਸਿਰ ਮੌਰ ਤੁਹੀ ਜਗ ਮੈਂ ਗਤਕਾਰੀ। ਸੰਸਾਰ ਦੇ ਵਿੱਚ ਮੁਕਤੀ ਦੇਣ ਦੇ ਦਾਤੇ ਤੁਸੀਂ ਸਭ ਤੋਂ ਸ਼੍ਰੋਮਣੀ ਹੋ ਜੀ। ਸਵਈਆ ਨਿਤ ਵਾਹਿਗੁਰੂ ਮੁਖ ਨਾਮ ਜਪੋ। ਨਿਤ ਪ੍ਰਤੀ ਪਰਮੇਸ਼ਵਰ ਦੇ ਨਾਮ ਦਾ ਮੁਖ ਤੋਂ ਸਿਮਰਨ ਕਰਿਆ ਕਰੋ। ਅਰਦਾਸ ਤਿਹਾਵਲ ਕੀ ਕਰੀਏ। 3 ਮੇਲ ਦਾ ਕੜਾ ਪ੍ਰਸ਼ਾਦ ਬਣਾ ਕੇ ਅਰਦਾਸ ਕਰਿਆ ਕਰੋ। ਮਨ ਕਾਮਨਾ ਪੂਰਨ ਹੋਵੇਗੀ। ਤੁਹਾਡੇ ਮਨ ਦੀਆਂ ਕਾਮਨਾ ਇੱਛਾ ਪੂਰੀਆਂ ਹੋਣਗੀਆਂ। ਕੜਾ ਪ੍ਰਸ਼ਾਦੀ ਦੇਖ ਕਰਕੇ ਅਰਦਾਸ ਕਰਿਆ ਕਰੋ ਸੰਗਤ ਵਿੱਚ। ਹਰ ਕੀਰਤ ਪ੍ਰੀਤ ਹਿਰਦੇ ਧਰੀਏ। ਪਰਮੇਸ਼ਵਰ ਦੇ ਜਸ ਦੀ ਮਨ ਵਿੱਚ ਪ੍ਰੀਤ ਧਾਰਨ ਕਰਿਆ ਕਰੋ। ਸਤ ਸੰਗਤ ਸੋ ਮਿਲ ਕਾਲ ਬਿਤਾਵਹੁ। ਤੇ ਸਤ ਸੰਗਤ ਜ਼ਰੂਰ ਕਰਿਆ ਕਰੋ, ਸੰਗਤ ਵਿੱਚ ਮਿਲ ਕੇ ਸਮਾਂ ਗੁਜ਼ਾਰਿਆ ਕਰੋ। ਮੈਲ ਅਮੰਗਲ ਕੀ ਹਰੀਏ। ਜਿਹੜੇ ਪਾਪਾਂ ਦੀ ਮੈਲ ਲੱਗੀ ਹੋਈ ਹੈ, ਗੁਰੂ ਦੀ ਸੰਗਤ ਵਿੱਚ ਜੁੜ ਕਰਕੇ ਕਥਾ ਕੀਰਤਨ ਸੁਣ ਕੇ ਬਾਣੀ ਸੁਣ ਕੇ ਤੋ ਇਸ ਪ੍ਰਕਾਰ ਆਪਣਾ ਸੋ ਜੀਵਨ ਨੂੰ ਪਵਿੱਤਰ ਕਰਿਆ ਕਰੋ, ਪਾਪਾਂ ਦੀ ਮੈਲ ਦੂਰ ਕਰਿਆ ਕਰੋ। ਇਹ ਭਾਂਤ ਦਇਓ ਉਪਦੇਸ਼ ਤਿਨੈ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਇਹਨਾਂ ਦੇ ਤਾਈਂ। ਪੁਨ ਆਪ ਚੱਲੇ ਪਿਖ ਜਾਂ ਤਰੀਏ। ਤੇ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੋ ਇਸ ਪ੍ਰਕਾਰ ਬਖਸ਼ਿਸ਼ ਕਰਕੇ ਤੋ ਵੇਖ ਕਰਕੇ ਤਾਂ ਕਹਿੰਦੇ ਅੱਗੇ ਫਿਰ ਚਲੀਏ। ਦੋਹਰਾ ਅਸ ਪ੍ਰਕਾਰ ਕਿਸ ਮਤ ਦੇ। ਇਹੋ ਜਿਹੀ ਮੇਰੇ ਸਤਿਗੁਰੂ ਜੀ ਨੇ ਮੱਤ ਦਿੱਤੀ ਹੈ, ਸੰਗਤ ਦਾ ਦਰਸ਼ਨ ਕਰੋ, ਨਾਮ ਦਾ ਸਿਮਰਨ ਕਰੋ, ਅਰਦਾਸ ਕਰੋ। ਇਸ ਤਰੀਕੇ ਨਾਲ ਭਵ ਸਾਗਰ ਤੋਂ ਤਰ ਜਾਓਗੇ। ਦੇਸ ਅਨੰਤ ਦੇਸ ਜਗ ਤੇਸ। ਜਗਤ ਦੇ ਈਸ਼ਵਰ ਗੁਰੂ ਨਾਨਕ ਸਾਹਿਬ ਫਿਰ ਅੱਗੇ ਹੋਰ ਪਾਸੇ ਨੂੰ ਜਾਣ ਦੀ ਤਿਆਰੀ ਕੀਤੀ ਹੈ। ਗਵਨੇ ਪੂਰਨ ਕਾਮਨਾ ਜੋ। ਜਿਹੜੇ ਸਭ ਦੀਆਂ ਕਾਮਨਾਵਾਂ ਨੂੰ ਪੂਰੀਆਂ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਇੱਥੋਂ ਫਿਰ ਅੱਗੇ ਚੱਲੇ ਹਨ। ਸ਼ਿਵ ਨਾਭ ਨਰੇਸ਼ ਜੋ। ਜਿੱਥੇ
ਰਾਜਾ ਸ਼ਿਵਨਾਭ ਯਾਦ ਕਰ ਰਿਹਾ ਸੀ ਸੰਗਲਾ ਦੀਪ ਵਿੱਚ। ਦੋਹਰਾ ਸ੍ਰੀ ਗੁਰ ਪਦ ਨਖ ਕਾਂਤ ਜੇ ਰੁਚਰ ਚੰਦਰਕਾ ਮਾਨ। ਕਵੀ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਮੰਗਲਾ ਚਰਨ ਕਰਦੇ ਹਨ। ਸ਼੍ਰੋਮਣੀ ਸਤਿਗੁਰੂ ਨਾਨਕ ਸਾਹਿਬ ਦੇ ਪਵਿੱਤਰ ਜੋ ਚਰਨ ਕਮਲ ਹਨ, ਉਹਨਾਂ ਦੇ ਨਹੁੰਆਂ ਦੀ ਜਿਹੜੀ ਸੋਭਾ ਹੈ ਉਹ ਮੈਂ ਚੰਦਰਮਾ ਦੀ ਚਾਂਦਨੀ ਦੀ ਨਿਆਈ ਸਮਝਦਾ ਹਾਂ। ਕਰ ਚਕੋਰ ਮਨ ਆਪਨੋ ਕਹੂੰ ਕਥਾ ਗਤ ਦਾਨ। ਤੋ ਮੈਂ ਆਪਣੇ ਮਨ ਨੂੰ ਗੁਰੂ ਸਾਹਿਬ ਦੇ ਚਰਨਾਂ ਦੇ ਨਹੁੰਆਂ ਦੀ ਸੋਭਾ ਤੇ ਚਕੋਰ ਦੀ ਨਹੀਂ ਬਣਾ ਕੇ ਮੁਕਤੀ ਦੇ ਦੇਣ ਵਾਲੀ ਧੰਨ ਸਤਿਗੁਰੂ ਮਹਾਰਾਜ ਦੀ ਕਥਾ ਜੋ ਹੈ ਉਸ ਨੂੰ ਕਥਨ ਕਰਦਾ ਹਾਂ। ਸ੍ਰੀ ਬਾਲਾ ਸੰਦਰ ਵਾਚ। ਬਾਲਾ ਜੀ ਸੰਧੂ ਗੋਤ ਵਾਲੇ ਉਵਾਚ ਕਥਨ ਕਰਦੇ ਹਨ। ਅਗਲਾ ਪ੍ਰਸੰਗ ਚਉਪਈ ਅਬ ਸ੍ਰੀ ਨਾਨਕ ਕੀ ਪਿਆਨਾ। ਕੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਹੈ। ਹੁਣ ਗੁਰੂ ਸਾਹਿਬ ਜੀ ਚੱਲੇ ਹਨ। ਮੈਂ ਪੁਨ ਸੰਗ ਦੁਤੀਏ ਮਰਦਾਨਾ। ਕਹਿੰਦੇ ਇੱਕ ਮੈਂ ਦੂਸਰੇ ਨਾਲ ਮਰਦਾਨਾ ਜੀ ਸਨ। ਦੇ ਕਰ ਕਿਤਕ ਥਾਨ ਉਪਦੇਸਾ। ਕਿੰਨੇ ਥਾਵਾਂ ਤੇ ਗੁਰੂ ਸਾਹਿਬ ਐਵੇਂ ਹੀ ਸੋ ਉਪਦੇਸ਼ ਦੇ ਕਰਕੇ ਨਿਹਾਲ ਕੀਤਾ ਜੀਵਾਂ ਦੇ ਤਾਈਂ। ਸਿਮਰਹੁ ਸਤ ਨਾਮ ਜਗਤੇਸਾ। ਜਿੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਗਏ ਨੇ, ਗੁਰੂ ਸਾਹਿਬ ਨੇ ਨਾ ਤਾਂ ਆਪਣਾ ਨਾਮ ਜਪਾਇਆ ਹੈ, ਨਾ ਹੀ ਆਪਣੇ ਸਰੂਪ ਦਾ ਚਰਨਾਂ ਦਾ ਕਿਸੇ ਨੂੰ ਧਿਆਨ ਲਾਉਣ ਲਈ ਕਿਹਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਹੋਂਦ ਜਣਾ ਕੇ ਉਸ ਵਾਹਿਗੁਰੂ ਦੇ ਨਾਮ ਦੇ ਸਿਮਰਨ ਵਿੱਚ ਜੋੜਿਆ ਮਹਾਰਾਜ ਨੇ ਸਭ ਨੂੰ। ਗ੍ਰਾਮ ਨਗਰ ਸੁਭ ਮਗ ਪ੍ਰਗਟਾਵਾ। ਜਿਹੜੇ ਵੀ ਕੋਈ ਸ਼ਹਿਰ ਆਏ ਨੇ, ਜਿਹੜੇ ਕੋਈ ਪਿੰਡ ਆਏ, ਸਭਨਾਂ ਦੇ ਤਾਈਂ ਸਤਿਗੁਰੂ ਨੇ ਸੋਹਣਾ ਧਰਮ, ਇਹ ਗੁਰਸਿੱਖੀ ਦਾ ਮਾਰਗ ਜਿਹੜਾ ਹੈ, ਸ਼ੁਭ ਮੱਗ, ਸੋਹਣਾ ਰਸਤਾ ਰੱਬ ਨੂੰ ਮਿਲਣ ਦਾ, ਆਪਣੇ ਜੀਵਨ ਦਾ ਭਲਾ ਕਰਨ ਦਾ ਹਜ਼ੂਰ ਜੀ ਨੇ ਦ੍ਰਿੜ ਕਰਾਇਆ ਸਭ ਨੂੰ। ਚਲਤ ਚਲਤ ਸਾਗਰ ਪੁਨ ਆਵਾ। ਇਉਂ ਚਲਦਿਆਂ ਹੋਇਆ ਅੱਗੇ ਸਮੁੰਦਰ ਆ ਗਿਆ ਹੈ। ਜਾਏ ਭਏ ਠਾਂਡੇ ਤਿਹ ਤੀਰਾ। ਮੇਰੇ ਸਤਿਗੁਰੂ ਪਾਤਸ਼ਾਹ ਸਮੁੰਦਰ ਦੇ ਕਿਨਾਰੇ ਜਾ ਕੇ ਖੜੇ ਹੋ ਗਏ ਹਨ। ਬੋਲੇ ਸ੍ਰੀ ਮੁਖ ਵਾਕ ਗੰਭੀਰਾ। ਮੇਰੇ ਸਤਿਗੁਰੂ ਪਾਤਸ਼ਾਹ ਗੰਭੀਰ ਡੂੰਘੇ ਮਨ ਵਾਲੇ ਬੜੇ ਪ੍ਰੇਮ ਦੇ ਨਾਲ ਬਚਨ ਕੀਤੇ ਨੇ ਉੱਥੇ। ਕਹੋ ਬਾਲਾ ਸਾਗਰ ਅਸਗਾਹ। ਮਾਰੇ ਕਹਿੰਦੇ ਭਾਈ ਬਾਲਾ ਜੀ ਸਮੁੰਦਰ ਤੇ ਬਹੁਤ ਡੂੰਘਾ ਹੈ ਜੋ। ਕਹੂੰ ਨਾ ਪਿਆਤ ਇਹ ਕੋ ਥਾਹ। ਤੋ ਇਸ ਦਾ ਪਾਈਅਤ, ਇਹਦਾ ਕਹਿੰਦੇ ਥਾ ਅੰਤਲਾ ਸਿਰਾ ਡੂੰਘਾ ਜਿਹੜਾ ਨਾ, ਇਹਦਾ ਪਤਾ ਨਹੀਂ ਲੱਗਦਾ ਕਿੰਨਾ ਕੁ ਡੂੰਘਾ ਹੈ। ਜਾਣੋ ਪਾਰ ਚਾਹਤ ਹਮ ਮਨ ਮੈਂ। ਤੇ ਅਸੀਂ ਮਨ ਵਿੱਚ ਚਾਹੁੰਦੇ ਹਾਂ ਵੀ ਇਸ ਸਮੁੰਦਰ ਤੋਂ ਹੁਣ ਪਾਰ ਜਾਣਾ ਹੈ। ਕਿਸ ਪ੍ਰਕਾਰ ਗਮਨੇ ਅਬ ਬਨ ਮੈਂ। ਤੋ ਇਹ ਬਨ ਜੋ ਜਲ ਹੈ ਨਾ ਸਮੁੰਦਰ ਦਾ ਡੂੰਘਾ, ਇਹਦੇ ਵਿੱਚੋਂ ਹੁਣ ਆਪਾਂ ਪਾਰ ਕਿਸ ਤਰ੍ਹਾਂ ਜਾਈਏ? ਬਾਲਾ ਤੂੰ ਸਲਾਹ ਦੇ ਕੋਈ। ਨਿਕਟ ਨਾ ਕੋ ਅਬ ਆਏ ਜਹਾਜਾ। ਦੇਖ ਅਸੀਂ ਦੇਖਦੇ ਹਾਂ ਨੇੜੇ ਤੇੜੇ ਕੋਈ ਜਹਾਜ਼ ਵੀ ਨਹੀਂ ਦੀਦਾ ਸਾਨੂੰ। ਜਾਂ ਤੇ ਪਾਰ ਜਾਨ ਹੋਵੇ ਕਾਜਾ। ਜਿਸ ਕਰਕੇ ਇਸ ਸਮੁੰਦਰ ਤੋਂ ਪਾਰ ਜਾਣ ਦਾ ਸਾਡਾ ਕੰਮ ਹੋ ਜਾਏ। ਜੇ ਕੋਈ ਜਹਾਜ਼ ਨੇੜੇ ਹੋਵੇ ਉਸ ਤੇ ਸਵਾਰ ਹੋ ਕੇ ਲੰਘ ਜਾਈਏ। ਤੂੰ ਸਿਆਨੋ ਕਸ ਮਸਲਤ ਦੀਜੈ। ਤੂੰ ਭਾਈ ਬਾਲਾ ਸਿਆਣਾ ਹੈ, ਕੋਈ ਸਲਾਹ ਦੇ ਸਾਨੂੰ। ਜਿਸ ਪ੍ਰਕਾਰ ਤੇ ਗਮਨ ਕਰੀਜੈ। ਜਿਸ ਕਰਕੇ ਅਸੀਂ ਸਮੁੰਦਰ ਤੋਂ ਚੱਲ ਕੇ ਅੱਗੇ ਜਿਹੜਾ ਹੈ ਸੋ ਪਾਰ ਲੰਘ ਜਾਈਏ। ਸੁਣੀਏ ਸ੍ਰੀ ਅੰਗਦ ਗਤ ਦਾਨੀ। ਮੁਕਤੀ ਦਾਤਾ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਸੁਣੋ ਭਾਈ ਬਾਲਾ ਜੀ ਕਹਿੰਦੇ ਹਨ। ਗੁਰ ਸੋ ਮੈਂ ਬੋਲਿਓ ਅਸਬਾਨੀ। ਧੰਨ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਮੈਂ ਇਉਂ ਬੇਨਤੀ ਕੀਤੀ ਉਸ ਵੇਲੇ। ਜੋ ਪਾਹਨ ਲੈ ਔਰ ਡੁਬੰਤੇ। ਮਹਾਰਾਜ ਜਿਹੜੇ ਪੱਥਰ ਹੋਰ ਚੀਜ਼ਾਂ ਨੂੰ ਲੈ ਕੇ ਡੁੱਬ ਜਾਂਦੇ ਆ ਪਾਣੀ ਵਿੱਚ, ਤੁਮਰੇ ਬਚਨਨ ਤੇ ਸੋ ਤਰੰਤੇ। ਤੁਹਾਡੇ ਬਚਨਾਂ ਨਾਲ ਤੇ ਉਹ ਪੱਥਰ ਵੀ ਪਾਣੀ ਤੇ ਤਰ ਜਾਂਦੇ ਹਨ। ਗਰਵੇ ਗਿਰ ਸਾਗਰ ਪਰ ਤਾਰੇ। ਤੁਸਾਂ ਨੇ ਮਹਾਨ ਬੜੇ ਬੜੇ ਪਹਾੜ ਜਿਹੜੇ ਸੀ ਪਾਣੀ ਦੇ ਉੱਤੇ ਧਾਰ ਦਿੱਤੇ, ਭਾਰੇ ਪਰਬਤ ਜਿਹੜੇ ਸਨ। ਮਾਨਵ ਕੀ ਕਿਆ ਗਨਤ ਉਚਾਰੇ। ਤੇ ਮਹਾਰਾਜ ਕੀ ਉਚਾਰਨ ਕਰਕੇ ਮੈਂ ਦੱਸਾਂ, ਬੰਦੇ ਦੀ ਕੀ ਗੱਲ ਹੈ ਪਾਣੀ ਤੋਂ ਤਾਰਨ ਦੀ? ਤੁਸੀਂ ਤਾਂ ਪਹਾੜ ਤਾਰ ਦਿੱਤੇ ਜਲ ਤੇ। ਨਾਮ ਲੈ ਜੋ ਤੁਮ ਦਿਨ ਰਹਿਣਾ। ਜਿਹੜਾ ਦਿਨੇ ਰਾਤ ਤੁਹਾਡਾ ਨਾਮ ਲੈਂਦਾ ਹੈ ਜੀ, ਸੋ ਭੌਜਲ ਲੰਘੇ ਸੁਖ ਚੈਨਾ। ਉਹ ਤਾਂ ਐਡਾ ਵੱਡਾ ਸੰਸਾਰ ਦਾ ਸਮੁੰਦਰ ਹੈ, ਬੜੇ ਚੈਨ ਤੇ ਸੁੱਖ ਦੇ ਨਾਲ ਭਵਜਲ ਤੋਂ ਪਾਰ ਲੰਘ ਜਾਂਦਾ ਮਹਾਰਾਜ। ਇਹ ਸਾਗਰ ਕਿਆ ਤਰਨ ਦੁਹੇਲਾ। ਆਹ ਸਮੁੰਦਰ ਤਾਂ ਮਹਾਰਾਜ ਕੀ ਤਰਨਾ ਔਖਾ ਕਠਨ ਹੈ। ਤਾਰ ਹੋ ਭੌਜਲ ਭੂਰ ਸੁਹੇਲਾ। ਗਰੀਬ ਨਵਾਜ ਵੱਡਾ ਭਾਰੀ ਸੰਸਾਰ ਦਾ ਸਮੁੰਦਰ ਹੈ, ਇੱਥੋਂ ਸੌਖੇ ਹੀ ਤੁਸੀਂ ਤਾਰ ਦਿੰਦੇ ਹੋ ਜੀਵਾਂ ਨੂੰ। ਸੁਨ ਪ੍ਰਸੀਦ ਭੇ ਬਹੁ ਗਤ ਦਾਨੀ। ਮੁਕਤੀ ਦਾਤਾ ਧੰਨ ਗੁਰੂ ਨਾਨਕ
ਪਾਤਸ਼ਾਹ ਜੀ ਬੜੇ ਖੁਸ਼ ਹੋਏ ਬਚਨ ਸੁਣ ਕੇ ਬਾਲਾ ਜੀ ਦਾ। ਬੋਲੇ ਪਰਮ ਮਨੋਹਰ ਬਾਣੀ, ਬੜੇ ਹੀ ਸੁੰਦਰ ਮਹਾਨ ਬਚਨ ਮੇਰੇ ਸਤਿਗੁਰੂ ਨੇ ਕੀਤੇ। ਕਹਿਣ ਲੱਗੇ, ਸ੍ਰੀ ਮੁਖ ਵਾਕ ਧੰਨ ਗਰੀਬ ਨਵਾਜ ਪਾਤਸ਼ਾਹ ਜੀ ਨੇ ਸ਼੍ਰੋਮਣੀ ਆਪਣੇ ਮੁਖ ਤੋਂ ਬਚਨ ਉਚਾਰਨ ਕੀਤੇ। ਇੱਕ ਓੰਕਾਰ। ਹਜੂਰ ਜੀ ਦੇ ਇਹ ਮਹਾ ਮੰਤਰ ਜਿਹੜਾ ਹੈ ਇਸ ਪ੍ਰਕਾਰ ਇਹਨਾਂ ਦੇ ਤਾਈਂ ਸੁਣਾਇਆ ਤੇ ਇੱਕ ਅਕਾਲ ਪੁਰਖ ਪਰਮੇਸ਼ਵਰ ਇੱਕ ਹੈ, ਓੰਕਾਰ ਸਭ ਦਾ ਪ੍ਰਕਾਸ਼ਕ ਹੈ। ਸਤਿਨਾਮ। ਉਸ ਵਾਹਿਗੁਰੂ ਪਰ ਉਹ ਸੱਚ ਸਰੂਪ ਹੈ, ਨਾਮ ਉਹ ਪ੍ਰਸਿੱਧ ਹੈ, ਉਹਦਾ ਨਾਮ ਸੱਚਾ ਹੈ। ਕਰਤਾ ਪੁਰਖ ਉਹ ਸਾਰੀ ਹੀ ਸ੍ਰਿਸ਼ਟੀ ਦਾ ਕਰਤਾ ਹੈ ਤੇ ਪੁਰਖ ਸਾਰੇ ਲਵਲਾ ਭਰਪੂਰ ਉਹ ਵਿਆਪਕ ਹੈ। ਨਿਰਭਉ ਨਿਰਵੈਰ ਉਹ ਮਾਲਕ ਪਰਮੇਸ਼ਵਰ ਡਰ ਤੋਂ ਰਹਿਤ ਹੈ। ਇਸ ਪ੍ਰਕਾਰ ਤੇ ਨਿਰਵੈਰ ਡਰ ਉਸ ਨੂੰ, ਕਿਉਂਕਿ ਉਸ ਤੋਂ ਵੱਡਾ ਕੋਈ ਨਹੀਂ, ਵੱਡੇ ਦਾ ਡਰ ਹੁੰਦਾ ਹੈ। ਨਿਰਵੈਰ ਉਸ ਦੇ ਬਰਾਬਰ ਦਾ ਕੋਈ ਨਹੀਂ ਜਿਸ ਕਰਕੇ ਕੋਈ ਵੈਰ ਕਰੇ ਸ਼ਰੀਕਾ ਕਰੇ। ਅਕਾਲ ਮੂਰਤ ਉਸ ਮਾਲਕ ਵਾਹਿਗੁਰੂ ਜੀ ਦੀ ਮੂਰਤ ਜੋ ਸਰੂਪ ਹੈ ਅਕਾਲ, ਕਾਲ ਤੋਂ ਰਹਿਤ ਹੈ। ਉਸ ਤੇ ਕਾਲ ਦਾ ਕੋਈ ਨਾ ਜਨਮ ਨਾ ਮਰਨ ਨਾ ਬੂਢਾ ਨਾ ਬਾਲਾ, ਇਸ ਪ੍ਰਕਾਰ ਉਹ ਤੇ ਕੋਈ ਅਸਰ ਨਹੀਂ ਹੈ। ਅਜੂਨੀ ਸੈਭੰ ਗੁਰ ਪ੍ਰਸਾਦ। ਉਹ ਪਰਮੇਸ਼ਰ ਅਜੂਨੀ ਜੂਨਾ ਵਿੱਚ ਨਹੀਂ ਆਉਂਦਾ। ਸੈਭੰ ਉਹ ਮਾਲਕ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ ਰੂਪ ਹੈ। ਗੁਰ ਪ੍ਰਸਾਦ ਗੁਰ ਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਗੁਰ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਐਸਾ ਇੱਕ ਓੰਕਾਰ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਚਉਪਈ ਇਹੋ ਸ਼ਲੋਕ ਪਠ ਕਰ ਮੁਖ ਆਸੇ। ਇਹ ਸ਼ਲੋਕ ਪੜ੍ਹ ਕਰਕੇ ਚੰਗੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਆਵਹੁ ਗਮਨੇ ਹਮਰੇ ਪਾਛੇ। ਤੇ ਬਾਲਾ ਮਰਦਾਨਾ ਨੂੰ ਹੁਕਮ ਕੀਤਾ ਵੀ ਐਸ ਮੰਤਰ ਦਾ ਜਾਪ ਕਰਦੇ ਹੋਏ ਸਾਡੇ ਮਗਰ ਤੁਰੇ ਆਓ ਸਮੁੰਦਰ ਤੇ। ਅਸ ਕਹਿ ਸਾਗਰ ਪਰ ਗੁਣ ਖਾਨੀ। ਇਉਂ ਕਹਿ ਕਰਕੇ ਮੇਰੇ ਸਤਿਗੁਰੂ ਜੀ ਸਮੁੰਦਰ ਤੇ ਚੱਲ ਪਏ ਹਨ, ਪਾਣੀ ਤੇ। ਚੱਲੇ ਜਾਤ ਪਗ ਸਵੈਤ ਨਾ ਪਾਨੀ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜਲ ਤੇ ਜਾਂਦੇ ਪਾਣੀ ਛੁੰਦਾ ਨਹੀਂ ਹੈ। ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸੋ ਈਸਾ ਪੈਗੰਬਰ ਜੀ ਦਾ ਵੀ ਜ਼ਿਕਰ ਆਉਂਦਾ ਪਾਣੀ ਤੇ ਤੁਰਨ ਦਾ। ਇਹ ਜਲ ਤੇ ਤੁਰਨਾ ਜਿਹੜਾ ਹੈ ਇਹ ਕੋਈ ਅਚਰਜ ਬਾਤ ਨਹੀਂ ਹੈ। ਔਰ ਇਸੇ ਤਰ੍ਹਾਂ ਹੀ ਇੱਧਰ ਪੱਛਮੀ ਦੇਸ਼ਾਂ ਦੇ ਵਿੱਚ ਵੀ ਤੇ ਇਸ ਪ੍ਰਕਾਰ ਜ਼ਿਕਰ ਮਿਲਦਾ ਹੈ ਗ੍ਰੰਥਾਂ ਦੇ ਵਿੱਚ। ਕੋ ਕਿਸੇ ਨੇ ਇਸ ਪ੍ਰਕਾਰ ਅਭਿਆਸੀ ਸਿਮਰਨ ਕਰਨ ਵਾਲਾ ਕਹਿੰਦੇ ਵੀ ਮੈਂ ਆਪਣੇ ਸੋ ਇਸ ਤਰ੍ਹਾਂ ਮੰਜੇ ਤੇ ਬੈੱਡ ਤੇ ਬੈਠਾ ਤਾਂ ਇਸ ਪ੍ਰਕਾਰ ਜਿਸ ਵੇਲੇ ਸੁਰਤ ਜੋੜੀ ਮੈਡੀਟੇਸ਼ਨ ਕੀਤਾ ਤੇ ਮੰਜੇ ਸਮੇਤ ਹੀ ਕਹਿੰਦੇ ਮੈਂ ਉੱਪਰ ਜਾ ਛੱਤ ਨਾ ਲੱਗਾ। ਤਥਾ ਐਸਾ ਜ਼ਿਕਰ ਮਿਲਦਾ ਹੈ ਕਿ ਟੇਬਲ ਤੇ ਬੈਠੇ ਇਸ ਪ੍ਰਕਾਰ ਜਦੋਂ ਧਿਆਨ ਕੀਤਾ ਟੇਬਲ ਸਮੇਤ ਹੀ ਤੋਂ ਉੱਪਰ ਨੂੰ ਉੱਠੇ ਜਦੋਂ ਤੱਕ ਸਿਰ ਜਿਹੜਾ ਛੱਤ ਨਾਲ ਨਹੀਂ ਲੱਗ ਗਿਆ। ਇਸ ਪ੍ਰਕਾਰ ਇਹ ਜ਼ਿਕਰ ਜਿਹੜੇ ਨੇ ਸੋ ਇਹ ਬੰਦਗੀ ਵਾਲੇ ਲੋਕਾਂ ਦੇ ਇੱਧਰ ਪੱਛਮੀ ਵਿਦਿਆ ਵਿੱਚ ਜਿੱਧਰ ਸਾਇੰਸ ਦਾ ਯੁੱਗ ਹੈ ਇੱਧਰ ਵੀ ਇਹ ਬਚਨ ਮਿਲਦੇ ਨੇ। ਇਸ ਵਾਸਤੇ ਧੰਨ ਮੇਰੇ ਸ਼ਹਿਨਸ਼ਾਹ ਪਿਤਾ ਸਾਹਿਬ ਗੁਰੂ ਨਾਨਕ ਪਾਤਸ਼ਾਹ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ ਮੇਰੇ ਗਰੀਬ ਨਵਾਜ ਬੇਅੰਤ ਸ਼ਕਤੀਆਂ ਦੇ ਮਾਲਕ ਹਨ। ਤੋ ਗਰੀਬ ਨਵਾਜ ਪਾਤਸ਼ਾਹ ਜੀ ਤੋ ਆਪ ਜਲ ਤੇ ਬਾਲੇ ਮਰਦਾਨਾ ਨੂੰ ਲੈ ਕਰਕੇ ਤੁਰੇ ਜਾ ਰਹੇ ਹਨ। ਸ੍ਰੀ ਗੁਰ ਪਾਛੇ ਮੈਂ ਮਰਦਾਨਾ। ਤੋ ਕਹਿੰਦੇ ਨੇ ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਸੋ ਜਾ ਰਹੇ ਸਨ। ਤੋ ਕਹਿੰਦੇ ਮੈਂ ਤੇ ਮਰਦਾਨਾ ਪਿੱਛੇ ਪਿੱਛੇ ਜਾ ਰਹੇ ਸਾਂ। ਤਿਉ ਹੀ ਕੀਨੋ ਹਮ ਪ੍ਰਸਥਾਨਾ। ਤੇ ਜਦੋਂ ਹੀ ਅਸੀਂ ਇਸ ਪ੍ਰਕਾਰ ਪ੍ਰਸਥਾਨ ਕੀਤਾ ਚੱਲ ਪਏ ਤਾਂ ਭੀਗਿਓ ਕਹੂੰ ਨਾ ਜਲ ਸੋ ਚਰਨਾ। ਤੋ ਸਾਡਾ ਤਾਂ ਕਹਿੰਦੇ ਚਰਨ ਪੈਰ ਵੀ ਪਾਣੀ ਨਾਲ ਭਿੱਜਿਆ ਨਹੀਂ। ਇਹ ਗੁਰੂ ਨਾਨਕ ਸਾਹਿਬ ਦੀ ਬਰਕਤ ਹੋਈ। ਯੋਗ ਸਾਧਨਾ ਵਾਲੇ ਜੋਗੀ ਲੋਕ ਜਦੋਂ ਇਹ ਸਿੱਧੀਆਂ ਕਰਦੇ ਨੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਗੁਰਦਾਸ ਸਾਹਿਬ ਜੀ ਨੇ ਸੋ ਗੋਰਖਨਾਥ ਤੇ ਇਹਨਾਂ ਸਿੱਧਾਂ ਦੀ ਚਰਚਾ ਲਿਖੀ ਹੈ। ਉਹਦੇ ਵਿੱਚ ਐਸੀਆਂ ਜਿਹੜੀਆਂ ਉਹਨਾਂ ਦੀਆਂ ਸਿੱਧੀਆਂ ਹਨ ਉਹਨਾਂ ਦਾ ਜ਼ਿਕਰ ਕੀਤਾ ਹੈ। तो इस वास्ते मेरे गुरु नानक साहब लिए ऐसा कोई आश्चर्य नहीं है। करना कीनी तारण तरना। तो महाराज सो तारण तरन संसार तो जहाज ने तारण वाले गुरु साहब ने कहते किरपा कीती इदा साडे ते। जाए पहुँचे सो थो एक टापू। तो जा करके अगे देखिया तो समुंदर तो अगले पासे एक टापू आया। टापू कहीदा है जजीरा ਜਾਂ टापू चार चफेरे समुंदर होवे ਉਹਦੇ ਵਿਚਾਲੇ ਸੁੱਕੀ ਧਰਤੀ ਉਹਨੂੰ ਕਹੀਦਾ ਟਾਪੂ। ਉਹ ਜਜ਼ੀਰਾ ਉਹ ਟਾਪੂ ਆ ਗਿਆ ਦੇਖ ਲਿਆ ਸੀ। ਨਾਮ ਜਪਾਇਓ ਸੰਕਟ ਖਾਪੂ। ਧੰਨ ਗੁਰੂ ਨਾਨਕ ਸਾਹਿਬ ਜੀ ਜਿਹੜੇ ਪਰਮੇਸ਼ਵਰ ਦੇ ਨਾਮ ਦਾ ਜਾਪ ਕਰਵਾ ਕਰਕੇ ਸਾਰੇ ਹੀ ਸੰਕਟਾਂ ਦੁੱਖਾਂ ਕਸ਼ਟਾਂ ਨੂੰ ਦੂਰ ਕਰਨ ਵਾਲੇ ਖਪਾਉਣ ਵਾਲੇ ਹਨ ਜੀ। ਨਾਗਾ ਬੰਦਰ ਤਾਕੋ ਨਾਮਾ। ਉਹ ਕਹਿੰਦੇ ਉਸ ਦਾ ਨਾਮ ਸੀ ਨਾਗਾ ਬੰਦਰ
ਨਾਗਾਪਟਨਮ, ਇਸ ਤਰ੍ਹਾਂ ਦੇ ਹੁਣ ਨਾਮ ਹਨ ਉਹਨਾਂ ਦੇ। ਪੁਨ ਆਗੇ ਗਵਨੇ ਸੁਖ ਧਾਮ, ਮੇਰੇ ਸਤਿਗੁਰੂ ਪਾਤਸ਼ਾਹ ਜੀ ਉੱਥੋਂ ਅੱਗੇ ਚੱਲੇ ਹਨ। ਹੁਤੋ ਦੇਸ ਜਹ ਸੰਗਲਾ ਦੀਪਾ, ਜਿੱਥੇ ਸੰਗਲਾ ਦੀਪ ਇਹ ਦੇਸ਼ ਇਲਾਕਾ ਸੀ, ਪਹੁੰਚੇ ਤਾਕੇ ਜਾਏ ਸਮੀਪਾ, ਉਸ ਦੇ ਨੇੜੇ ਜਾ ਕਰਕੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਪਹੁੰਚ ਗਏ ਹਨ। ਰਾਜੇ ਕੇ ਆਰਾਧਨੇ ਕਰਕੇ, ਕਿਉਂਕਿ ਰਾਜਾ ਸ਼ਿਵਨਾਭ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਆਰਾਧਨਾ ਕਰਦਾ ਸੀ, ਯਾਦ ਕਰਦਾ ਸੀ। ਗਏ ਦੇਸ ਤਹ ਸੇਵ ਵਿਚਾਰ ਕੇ, ਮੇਰੇ ਸਤਿਗੁਰੂ ਜੀ ਉਸ ਇਲਾਕੇ ਵਿੱਚ ਗਏ ਹਨ ਆਪਣੇ ਸੇਵਕ ਵਿਚਾਰ ਕਰਕੇ। ਦੋਹਰਾ ਤਿਹ ਨਿਰਪਕੋ ਉਪਬਨ ਹੁਤੋ, ਸੁਸਕ ਖਰੋ ਜਿਹ ਥਾਨ। ਇਹ ਰਾਜੇ ਦਾ ਸ਼ਿਵਨਾਭ ਦਾ ਬਾਗ ਸੀ ਜਿਹੜਾ ਸੁੱਕ ਗਿਆ ਸੀ। ਇਹ ਗੁਰੂ ਸਾਹਿਬ ਨੇ ਦੇਖਿਆ। ਸ੍ਰੀ ਗੁਰ ਪਰਵੇਸੇ ਤਾਂ, ਤਾਸ ਮਹਿ ਦਾਸਨ ਕੇ ਸੁਖ ਦਾਨ। ਦਾਸਾਂ ਨੂੰ ਸੁੱਖ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ। ਜਿਹੜਾ ਇਸ ਰਾਜੇ ਦਾ ਸੁੱਕਾ ਬਾਗ ਸੀ ਨਾ, ਉਹਦੇ ਵਿੱਚ ਜਾ ਕੇ ਪ੍ਰਵੇਸ਼ ਕੀਤਾ ਸਤਿਗੁਰਾਂ ਨੇ। ਚਉਪਈ ਚਰਨ ਕਮਲ ਜਬ ਤਿਹ ਠਾ ਪਾਏ, ਜਿਉਂ ਹੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਪਵਿੱਤਰ ਚਰਨ ਇਸ ਸੁੱਕੇ ਬਾਗ ਦੇ ਵਿੱਚ ਪਾਇਆ ਹੈ ਤਾਂ ਸੂਕੇ ਬਿਟਪ ਹਰੇ ਹੋਵੇ ਆਏ। ਜਿੰਨੇ ਦਰਖਤ ਬਾਗ ਬਗੀਚੇ ਸੁੱਕੇ ਸੀ ਉਸੇ ਵੇਲੇ ਹਰੇ ਹੋ ਗਏ। ਸੂਕੇ ਹਰੇ ਖਿਨ ਕੀਏ ਖਿਨ ਮਾਹੇ, ਅੰਮ੍ਰਿਤ ਰਿਟ ਸੰਚ ਜੀਵਾਏ। ਗੁਰੂ ਨਾਨਕ ਸਾਹਿਬ ਸਭ ਹਰਿਆ ਭਰਿਆ ਬਾਗ ਕਰ ਦਿੱਤਾ। ਸੁੰਦਰ ਸਾਖਾ ਦਲ ਫਲ ਫੂਲਾ, ਸੋਹਣੀਆਂ ਟਾਹਣੀਆਂ ਪੱਤਿਆਂ ਦੇ ਸਮੇਤ ਫਲਾਂ ਫੁੱਲਾਂ ਦੇ ਨਾਲ ਬਾਗ ਜਿਹੜਾ ਸੀ ਹਰਿਆ ਭਰਿਆ ਹੋ ਗਿਆ। ਸੋਹਤ ਭਾ ਸਭ ਮਨ ਅਨੁਕੂਲਾ, ਸਾਰਿਆਂ ਦੇ ਮਨ ਨੂੰ ਅਨੁਕੂਲ ਸੋਹਣਾ ਲੱਗਣ ਵਾਲਾ ਸੁੰਦਰ ਬਾਗ ਹਰਿਆ ਭਰਿਆ ਫੱਬ ਗਿਆ। ਜਬ ਹੈ ਨਗਰ ਕੇ ਲੋਕਨ ਦੇਖਾ, ਜਦੋਂ ਇਸ ਨਗਰੀ ਦੇ ਲੋਕਾਂ, ਸੰਗਲਾਦੀਪ ਦੇ ਲੋਕਾਂ ਨੇ ਦੇਖਿਆ ਸੁੱਕਾ ਬਾਗ ਸੀ, ਹਰਿਆ ਹੋ ਗਿਆ ਹੈ। ਹਿਰਦੇ ਸਬਨ ਆਚਰਜ ਵਿਸੇਖਾ, ਸਭਨਾਂ ਦੇ ਮਨ ਵਿੱਚ ਬੜਾ ਭਾਰੀ ਆਸ਼ਚਰਜ ਹੋਇਆ। ਬੜੇ ਹੈਰਾਨ ਹੋਏ ਲੋਕ ਇਹ ਦੇਖ ਕਰਕੇ। ਬਾਗਵਾਨ ਤਬ ਹੀ ਸੁਧ ਪਾਈ, ਜਦੋਂ ਇੱਥੇ ਦਾ ਜਿਹੜਾ ਮਾਲੀ ਸੀ ਬਾਗਵਾਨ, ਜਦੋਂ ਉਸ ਨੇ ਇਸ ਪ੍ਰਕਾਰ ਆਪਣਾ ਹਰਿਆ ਬਾਗ ਦੇਖਿਆ ਤਾਂ ਆਨ ਗੁਰੂ ਪਗ ਗਰੀਬ ਨਿਵਾਈ। ਉਹਨੇ ਆਣ ਕੇ ਦੇਖਿਆ ਤੇ ਸਤਿਗੁਰੂ ਜੀ ਬੈਠੇ ਤੱਕੇ। ਆ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸੀਸ ਨਵਾਇਆ ਉਸ ਮਾਲੀ ਨੇ। ਹਰਖ ਕੀਨ ਤਿਨ ਹਿਰਦੇ ਵਿਸਾਲਾ, ਤੇ ਬਹੁਤ ਮਨ 'ਚ ਖੁਸ਼ ਹੋਇਆ ਗੁਰੂ ਸਾਹਿਬ ਦਾ ਦਰਸ਼ਨ ਕਰਕੇ। ਪੁਨ ਗਵਨਿਓ ਜਹ ਹੁਤੋ ਭਵਾਲਾ, ਤੇ ਇਹ ਹਰਿਆ ਬਾਗ ਦੇਖਿਆ ਸੁੱਕਾ ਹਰਿਆ ਹੋਇਆ ਤਾਂ ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀ ਹੈ। ਇਸ ਦਾ ਮਨ ਜਿਹੜਾ ਪਰਮੇਸ਼ਵਰ ਦੀ ਬੰਦਗੀ ਵੱਲੋਂ ਸੁੱਕਾ ਸੀ ਉਹ ਵੀ ਹਰਿਆ ਭਰਿਆ ਹੋ ਗਿਆ। ਸ਼ਰਧਾ ਤੇ ਵਿਸ਼ਵਾਸ ਦੇ ਸਹਿਤ ਇਸ ਮਾਲੀ ਦਾ ਮਨ ਹੋਇਆ, ਪ੍ਰਸੰਨ ਹੋ ਗਿਆ, ਚਿੱਤ ਖਿੜ ਗਿਆ ਹੈ। ਤੇ ਫਿਰ ਆਪਣੇ ਰਾਜੇ ਸ਼ਿਵਨਾਭ ਦੇ ਕੋਲ ਗਿਆ ਹੈ। ਜਾਏ ਸਭਾ ਮਹਿ ਗਿਰਾ ਉਬਾਚੀ, ਜਾ ਕਰਕੇ ਰਾਜੇ ਦੀ ਸਭਾ ਲੱਗੀ ਸੀ। ਜਾ ਕਰਕੇ ਉਸ ਨੂੰ ਇਸ ਮਾਲੀ ਨੇ ਇਉਂ ਬਾਣੀ ਕਹੀ ਬਚਨ ਆਖੇ ਹਨ। ਸੁਨੋ ਬਾਤ ਭੂਪਤ ਮਮ ਸਾਚੀ, ਦੇਖੋ ਮੇਰੀ ਸੱਚੀ ਗੱਲ ਸੁਣੋ ਰਾਜਾ ਸਾਹਿਬ ਜੀ। ਉਤਮ ਸੰਤ ਏਕ ਚਲ ਆਇਓ, ਇੱਕ ਸੰਤ ਹੈ, ਬੜਾ ਉੱਤਮ ਹੈ, ਬੜਾ ਚੰਗਾ ਹੈ। ਸੂਕੇ ਉਪਬਨ ਪਗ ਜਬ ਪਾਇਓ, ਕਿਉਂਕਿ ਉਹਨਾਂ ਨੇ ਤੁਹਾਡੇ ਸੁੱਕੇ ਬਾਗ ਵਿੱਚ ਜਦੋਂ ਚਰਨ ਪਾਏ ਹਨ, ਹਰਿਆ ਹੋਤ ਭਇਓ ਤਤਕਾਲ, ਉਹ ਬਾਗ ਝਾਟੀ ਹਰਿਆ ਭਰਿਆ ਹੋ ਗਿਆ ਹੈ। ਇਹ ਰਾਜਾ ਮੈਂ ਸੱਚੀ ਗੱਲ ਤੈਨੂੰ ਦੱਸਦਾ ਹਾਂ। ਜਿਹ ਕੋ ਦਰਸ਼ਨ ਕਰਤ ਨਿਹਾਲਾ, ਤੇ ਜਿਨ੍ਹਾਂ ਦਾ ਦਰਸ਼ਨ ਕਰਕੇ ਮੈਂ ਤਾਂ ਨਿਹਾਲ ਹੋ ਗਿਆ ਹਾਂ, ਸੁੱਖ ਮਿਲ ਗਿਆ ਹੈ। ਦੋਵੇਂ ਚੇਲੇ ਹੈ ਤਾਕੇ ਸੰਗਾ, ਦੋ ਸੇਵਕ ਸਿੱਖ ਉਹਨਾਂ ਦੇ ਨਾਲ ਹਨ ਸੰਤ ਜੀ ਦੇ। ਚਲੋ ਨਿਕਟ ਤਹ ਧਾਰ ਉਮੰਗਾ, ਉਤਸ਼ਾਹ ਕਰੋ ਤੇ ਚਲੋ ਦਰਸ਼ਨ ਕਰੋ ਜਾ ਕੇ ਸਤਿਗੁਰਾਂ ਦਾ। ਸੁਨਤ ਸਰੋਨ ਭੂਪਤ ਹਰ ਖਾਇਓ, ਕੰਨਾਂ ਵਿੱਚ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਕਿਉਂਕਿ ਪਰੇਸ਼ਾਨ ਬਹੁਤ ਸੀ। ਇਸ ਦਾ ਪਹਿਲੇ ਪ੍ਰਸੰਗ ਜੋ ਆ ਚੁੱਕਾ ਹੈ ਕਿ ਭਾਈ ਮਨਸੁਖ ਸ਼ਾਹੂਕਾਰ ਸੋ ਇਸ ਪ੍ਰਕਾਰ ਵਿਦੇਸ਼ਾਂ ਵਿੱਚ ਸੌਦਾ ਲਿਜਾ ਕਰਕੇ ਵਪਾਰ ਕਰਦਾ ਸੀ, ਗੁਰੂ ਨਾਨਕ ਦਾ ਸਿੱਖ ਬਣ ਗਿਆ ਸੀ। ਉਸ ਨੇ ਜਾ ਕਰਕੇ ਜਿਸ ਵੇਲੇ ਇਉਂ ਇਸ ਸੰਗਲਾਦੀਪ ਦੇ ਵਿੱਚ ਵਪਾਰ ਦਾ ਸੌਦਾ ਲੈ ਕੇ ਪਹੁੰਚਾ, ਇਹ ਹੁਣ ਗੁਰਸਿੱਖ ਹੈ ਤੇ ਗੁਰਸਿੱਖੀ ਧਰਮ ਦੇ ਨਿਯਮ ਨਿਭਾਉਂਦਾ ਹੈ। ਉੱਥੇ ਰਾਜੇ ਦਾ ਹੁਕਮ ਸੀ ਕਿ ਹਿੰਦੂ ਰਾਜ ਹੈ, ਹਿੰਦੂ ਧਰਮ ਵਾਸਤੇ ਇਕਾਦਸ਼ੀ ਦੇ ਵਰਤ ਰੱਖੋ ਅਤੇ ਇਸ ਤਰੀਕੇ ਦੇ ਨਾਲ ਇਕਾਦਸ਼ੀ ਵਾਲੇ ਦਿਨ ਜਿਹੜਾ ਹੈ ਸੋ ਕਿਸੇ ਨੇ ਵੀ ਕੋਈ ਅੰਨ ਪਾਨ ਨਹੀਂ ਕਰਨਾ, ਵਰਤ ਰੱਖਣਾ ਹੈ, ਇਸ ਤਰ੍ਹਾਂ ਦੇ ਨਾਲ ਨਿਯਮ ਸੀ। ਹੁਣ ਇਹ ਗੁਰਸਿੱਖ ਤੋਂ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ ਅੰਮ੍ਰਿਤ ਵੇਲੇ ਉੱਠ ਕਰਕੇ ਸੋ ਇਸ਼ਨਾਨ ਕਰਨਾ, ਸਤਿਗੁਰਾਂ ਦੇ ਬਖਸ਼ੇ ਹੋਏ ਸ਼ਬਦਾਂ ਦਾ ਨਿਤਨੇਮ ਕਰਨਾ,
ਫਿਰ ਕੜਾ ਪ੍ਰਸ਼ਾਦੀ ਦੇ ਕਰਕੇ ਅਰਦਾਸ ਕਰਕੇ ਜਿੰਨੇ ਨਾਲ ਸਾਥੀ ਸਭਨਾਂ 'ਚ ਵਰਤਾਉਣੀ, ਤੇ ਫਿਰ ਇਸ ਪ੍ਰਕਾਰ ਕਾਰੋਬਾਰ ਆਪਣਾ ਸ਼ੁਰੂ ਕਰਦਾ ਸੀ। ਲੋਕਾਂ ਨੇ ਵੇਖ ਕੇ ਰਾਜੇ ਨੂੰ ਦੱਸਿਆ, ਤੇ ਰਾਜੇ ਨੇ ਸੋਚਿਆ ਮੇਰਾ ਹੁਕਮ ਨਹੀਂ ਮੰਨਿਆ, ਤੇ ਇਸ ਪ੍ਰਕਾਰ ਇਸ ਨੂੰ ਆਪਣਾ ਸਿਪਾਹੀ ਭੇਜ ਕੇ ਬੁਲਾਇਆ ਸੀ। ਜਦੋਂ ਇਹ ਮਨਸੁਖ ਸ਼ਾਹੂਕਾਰ ਗਿਆ, ਭੇਟਾ ਲੈ ਕੇ ਗਿਆ ਵੀ ਰਾਜੇ ਨੂੰ ਮਿਲਣਾ, ਨਾਰੀਅਲ ਤੇ ਕੁਛ ਮਾਇਆ ਲੈ ਕੇ ਜਾ ਕੇ ਨਮਸਕਾਰ ਕੀਤੀ, ਸਤਿਕਾਰ ਨਾਲ ਕੋਲ ਜਾ ਕਰਕੇ ਬੈਠਾ ਤੇ ਕਿਹਾ ਧੰਨ ਗੁਰੂ ਨਾਨਕ ਦਾ ਨਾਮ ਲਿਆ। ਰਾਜੇ ਨੇ ਜੋ ਸਵਾਲ ਕੀਤੇ ਤਸੱਲੀ ਬਖਸ਼ ਜਵਾਬ ਦੇ ਕੇ ਐਸਾ ਇਸ ਨੂੰ ਪ੍ਰਭਾਵਿਤ ਕੀਤਾ, ਕਹਿਣ ਲੱਗਾ ਕਲਯੁਗ ਦੇ ਵਿੱਚ ਐਸਾ, ਕਹਿੰਦੇ ਹਾਂ ਗੁਰੂ ਨਾਨਕ ਪਾਤਸ਼ਾਹ ਐਸੇ ਹਨ। ਇਉਂ ਰਾਜੇ ਨੂੰ ਲਗਨ ਲਾ ਦਿੱਤੀ ਸੀ, ਤੇ ਰਾਜਾ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਅਭਿਲਾਸ਼ੀ ਬਣਿਆ ਸੀ। ਤੇ ਗੁਰਸਿੱਖ ਨੇ ਕਿਹਾ ਜੇ ਗੁਰੂ ਸਾਹਿਬ ਦੇ ਛੇਤੀ ਦਰਸ਼ਨ ਕਰਨੇ ਨੇ, ਇੱਥੇ ਘਰ ਵਿੱਚ ਬੈਠ ਕਰਕੇ ਤੇ ਗੁਰੂ ਸਾਹਿਬ ਨੂੰ ਯਾਦ ਕਰਿਆ ਕਰ, ਬੇਨਤੀਆਂ ਕਰਿਆ ਕਰ। ਧੰਨ ਗੁਰੂ ਨਾਨਕ ਸਾਹਿਬ ਨੂੰ ਯਾਦ ਕਰੇਗਾ, ਪ੍ਰੇਮ ਕਰੇਗਾ, ਛੇਤੀ ਮਿਲਣਗੇ। ਹੁਣ ਗੁਰੂ ਸਾਹਿਬ ਜੀ ਇਸ ਨੂੰ ਉਸ ਪ੍ਰੇਮ ਦੀ ਖਿੱਚ ਕਰਕੇ ਦਰਸ਼ਨ ਦੇ ਕੇ ਤਾਰਨ ਵਾਸਤੇ ਗੁਰੂ ਸਾਹਿਬ ਜੀ ਪਹੁੰਚੇ ਹਨ। ਮੰਤਰੀ ਆਪਣੋ ਨਿਕਟ ਬੁਲਾਇਓ, ਇਸ ਨੇ ਕੀ ਕੀਤਾ, ਸੁਣ ਕੇ ਆਪਣੇ ਵਜ਼ੀਰ ਨੂੰ ਕੋਲ ਬੁਲਾਇਆ ਹੈ। ਤਿਹ ਕੇ ਸੰਗ ਕਹੀ ਇਹ ਬਾਣੀ, ਉਸ ਮੰਤਰੀ ਵਜ਼ੀਰ ਨੂੰ ਇਸ ਤਰੀਕੇ ਨਾਲ ਬਚਨ ਕੀਤੇ ਇਸ ਨੇ, ਜਾਵੋ ਨਿਕਟ ਸੰਤ ਸੁਖ ਦਾਨੀ। ਤੇ ਤੁਸੀਂ ਇਦਾਂ ਕਰੋ, ਜੋ ਸੁਖ ਦੇਣ ਵਾਲੇ ਸੰਤ ਮਹਾਂਪੁਰਸ਼ ਆਏ ਨੇ ਉਹਨਾਂ ਦੇ ਨੇੜੇ ਜਾਓ ਤੁਸੀਂ। ਜੇ ਸ੍ਰੀ ਨਾਨਕ ਆਗਮ ਕੀਨਾ, ਜੇ ਧੰਨ ਗੁਰੂ ਨਾਨਕ ਸਾਹਿਬ ਜੀ ਹੀ ਆਏ ਹਨ ਤਾਂ ਕਰਹੁ ਪਰਖ ਭਲ ਬਿਦ ਲਿਹੋ ਚੀਨਾ। ਚੰਗੀ ਤਰ੍ਹਾਂ ਪਰਖ ਕਰਕੇ ਤੇ ਚੰਗੀ ਤਰ੍ਹਾਂ ਜਾਣ ਲਓ ਵੀ ਵਾਕਿਆ ਗੁਰੂ ਨਾਨਕ ਨੇ। ਕਿਉਂਕਿ ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਭਈ ਰਾਜਾ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਇਸ ਵਾਸਤੇ ਬਹੁਤੇ ਸੋ ਪਖੰਡੀ ਲੋਕ ਨਾਨਕ ਬਣ ਕੇ ਜਾਂਦੇ ਰਹੇ, ਜਿਸ ਕਰਕੇ ਰਾਜਾ ਬਹੁਤ ਦੁਖੀ ਹੋਇਆ। ਇਸ ਵਾਸਤੇ ਵਜ਼ੀਰ ਨੂੰ ਕਹਿੰਦਾ ਚੰਗੀ ਤਰ੍ਹਾਂ ਹੁਣ ਪਰਖ ਕਰ ਲੈ, ਵਾਕਈ ਜੇ ਸੱਚੇ ਧੰਨ ਗੁਰੂ ਨਾਨਕ ਸਾਹਿਬ ਜੀ ਹਨ ਤਾਂ ਹੀ ਮਹਾਰਾਜ ਦੇ ਚਰਨੀ ਲੱਗਾਂਗੇ। ਪਰਸਰਾਮ ਸੁਨ ਬਚ ਅਵਨੀਪਾ, ਇਹ ਮੰਤਰੀ ਦਾ ਨਾਮ ਪਰਸਰਾਮ ਸੀ। ਇਸ ਨੇ ਰਾਜੇ ਦਾ ਬਚਨ ਸੁਣਿਆ ਜਦੋਂ, ਸੁੰਦਰ ਭੋਜਨ ਲੀਨ ਸਮੀਪਾ। ਬੜਾ ਸੋਹਣਾ ਭੋਜਨ ਤਿਆਰ ਕਰਕੇ ਨਾਲ ਲੈ ਲਿਆ ਆਪਣੇ। ਗਮਨਿਓ ਉਪਬਨ ਕੋ ਤਤਕਾਲਾ, ਝੱਟ ਉਸ ਬਾਗ ਵੱਲ ਨੂੰ ਚੱਲ ਪਿਆ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ। ਜਹਾਂ ਬਿਰਾਜਤ ਦੀਨ ਦਇਆਲਾ, ਗਰੀਬਾਂ ਤੇ ਦਇਆ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਬਿਰਾਜੇ ਹੋਏ ਸਨ। ਕੀਨ ਬੰਦਨਾ ਦਵੈ ਕਰ ਜੋਰੀ, ਦੋਵੇਂ ਹੱਥ ਜੋੜ ਕੇ ਜਾ ਕੇ ਰਾਜੇ ਨੇ ਬੰਦਨਾ ਕੀਤੀ, ਨਮਸਕਾਰ ਕੀਤੀ ਗੁਰੂ ਨਾਨਕ ਮਹਾਰਾਜ ਜੀ ਨੂੰ। ਆਗੇ ਭੋਜਨ ਧਰਿਓ ਬਹੋਰੀ, ਤੇ ਫਿਰ ਗੁਰੂ ਸਾਹਿਬ ਦੇ ਸਾਹਮਣੇ ਸੋਹਣਾ ਭੋਜਨ ਜਿਹੜਾ ਸੀ ਰੱਖ ਦਿੱਤਾ ਹੈ। ਨ੍ਰਿਪਤ ਪਠਿਓ ਹੈ ਕਰਹੁ ਆਹਾਰਾ, ਬੇਨਤੀ ਕੀਤੀ ਮਹਾਰਾਜ ਰਾਜੇ ਸ਼ਿਵਨਾਭ ਨੇ ਆਪ ਜੀ ਵਾਸਤੇ ਬੜਾ ਸੁੰਦਰ ਭੋਜਨ ਭੇਜਿਆ ਹੈ, ਤੁਸੀਂ ਭੋਜਨ ਛਕੋ ਜੀ। ਸੁਨ ਸ੍ਰੀ ਨਾਨਕ ਬਚਨ ਉਚਾਰਾ, ਤੇ ਸੁਣ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ। ਇਹਨਾਂ ਦੇ ਤਾਈ ਕਹਿੰਦੇ ਹਨ ਮਾਰੂ ਮਹੱਲਾ ਪਹਿਲਾ। ਤੋ ਇਹ ਮਾਰੂ ਰਾਗ ਦੇ ਵਿੱਚ ਗੁਰੂ ਸਾਹਿਬ ਦੇ ਬਚਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ, ਪਰ ਇਹ ਜਨਮ ਸਾਖੀਆਂ ਵਿੱਚ ਦਰਜ ਹੈ ਸ਼ਬਦ। ਰਸ ਕਸ ਸਵਾਦ ਅਨੇਕ ਹੈ, ਤੋ ਹਜੂਰ ਕਹਿੰਦੇ ਨੇ ਦੇਖੋ ਰਸ ਜ਼ੁਬਾਨ ਦੇ ਕਸ ਜੋ ਖਿੱਚ ਕੇ ਇਸ ਪ੍ਰਕਾਰ ਦੇ ਕੱਟੇ ਹੁੰਦੇ ਨੇ, ਅਨੇਕ ਪ੍ਰਕਾਰ ਦੇ ਸਵਾਦ ਨੇ ਵਜ਼ੀਰ। ਬਿਖ ਫਲ ਮੀਠੇ ਚਾਖ, ਜਿਹੜਾ ਮਿੱਠੇ ਮਿੱਠੇ ਕਰਕੇ ਜਾਣਦਾ ਇਹ ਜ਼ਹਿਰ ਰੂਪ ਹੀ ਬਣਦੇ ਹਨ। ਕਿਰਪਾ ਕਰੇ ਜਿਸ ਆਪਣੀ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦਾ, ਮਿਹਰ ਕਰਦਾ ਹੈ, ਤਾਕੋ ਰਾਖੇ ਆਪ। ਤੇ ਉਹਨਾਂ ਦੀ ਰੱਖਿਆ ਫਿਰ ਆਪ ਹੀ ਕਰ ਲੈਂਦਾ, ਇਸ ਜ਼ਹਿਰ ਰੂਪ ਪਦਾਰਥਾਂ ਤੋਂ ਬਚਾ ਲੈਂਦਾ ਹੈ। ਚੌਪਈ ਰਸ ਕਸ ਸਾਧ ਬਾਦ ਇਹ ਜਾਨੂ, ਤੋ ਚੌਪੀ ਦੇ ਵਿੱਚ ਕਵੀ ਜੀ ਟੀਕਾ ਕਰਦੇ ਨੇ, ਇਹ ਕਹਿੰਦੇ ਰਸ ਕਸ ਜਿਹੜੇ ਸਵਾਦ ਪਦਾਰਥ ਹਨ ਇਹ ਸਾਰੇ ਵਿਅਰਥ ਹੀ ਜਾਣ ਲਓ। ਨਾਮ ਮਹਾਰਸ ਸੁਖ ਦਾ ਮਾਨੋ, ਪਰਮੇਸ਼ਵਰ ਦਾ ਨਾਮ ਹੀ ਮਹਾਰਸ ਸਵਾਦ ਵਾਲਾ ਹੈ, ਉਹੋ ਹੀ ਸੁਖ ਦੇਣ ਵਾਲਾ ਹੈ। ਫਸੇ ਜੇ ਉਨ ਮਹਿ ਹੋਤ ਵਿਕਾਰਾ, ਤੋ ਜਿਹੜੇ ਇਸ ਪ੍ਰਕਾਰ ਇਹਨਾਂ ਸਵਾਦਾਂ 'ਚ ਫਸੇ ਨੇ ਉਹ ਵਿਕਾਰਾਂ ਵਿੱਚ ਘਿਰੇ ਰਹਿੰਦੇ ਹਨ। ਇਹ ਨਾਮ ਕੇ ਰਸ ਅਵਕਾਰਾ, ਤੇ ਜਿਹੜੇ ਇਸ ਪ੍ਰਕਾਰ ਨਾਮ ਦੇ ਰਸ ਵਿੱਚ ਜੁੜ ਜਾਂਦੇ ਨੇ ਉਹ ਵਿਕਾਰਾਂ ਤੋਂ ਰਹਿਤ ਹੋ ਜਾਂਦੇ ਹਨ। ਸੁਨ ਕੇ ਬਚ ਮੰਤਰੀ ਬਿਸਮਾਨਾ, ਤੋ ਇਸ ਪ੍ਰਕਾਰ ਇਹ ਪਰਸਰਾਮ ਜਿਹੜਾ ਵਜ਼ੀਰ ਸੀ ਸੁਣ ਕੇ ਗੁਰੂ ਸਾਹਿਬ ਦੇ ਬਚਨ ਬੜਾ ਹੈਰਾਨ ਹੋਇਆ। ਬਹੁਰੋ ਗਮਨਿਓ ਨਿਕਟ ਰਜਾਨਾ, ਤੇ ਇਉਂ ਹੀ ਗੁਰੂ ਸਾਹਿਬ ਦੇ ਬਚਨ ਸਰਵਣ ਕਰਕੇ ਉਸੇ ਤਰ੍ਹਾਂ ਹੀ ਵਾਪਸ ਚੱਲ ਗਿਆ ਰਾਜੇ ਸ਼ਿਵਨਾਭ ਦੇ ਕੋਲ। ਜਾਏ ਸਭੇ ਉਚਰਿਓ ਬਿਰਤਾਂਤਾ, ਸਾਰਾ ਹੀ ਪ੍ਰਸੰਗ ਜਿਵੇਂ ਜਿਵੇਂ ਗੁਰੂ ਸਾਹਿਬ ਕੋਲ ਗਿਆ, ਜੋ ਗੁਰੂ ਸਾਹਿਬ ਨੇ ਬਚਨ ਕੀਤੇ ਰਾਜੇ ਨੂੰ ਸੁਣਾ ਦਿੱਤੇ ਜਾ ਕੇ। ਸਾਧ ਅਸੰਤੇ ਬ੍ਰਕਤੀ ਸੰਤਾ, ਕਹਿੰਦੇ ਵੀ ਇਹ ਐਸੇ ਸੰਤ ਨੇ
ਜੋ ਇਹਨਾਂ ਭੋਜਨ ਤੇ ਰਸਾਂ ਦੇ ਸਵਾਦ ਵਿੱਚ ਨਹੀਂ ਹਨ। ਭੂਪਤ ਭਾਖਤ ਸੁੰਦਰ ਨਾਰੀ। ਤਾਂ ਰਾਜਾ ਕਹਿਣ ਲੱਗਾ, ਫਿਰ ਅਖੀਰਲੀ ਪਰਖ ਜਿਹੜੀ ਰੱਖੀ ਹੋਈ ਹੈ, ਸੋਹਣੀਆਂ ਬੀਬੀਆਂ ਨੂੰ ਭੇਜ ਦਿਓ। ਲੈ ਜਾਵੋ ਤੇ ਸੰਤ ਅਗਾਰੀ। ਉਸ ਸਾਧੂ ਦੇ ਕੋਲ ਲੈ ਕਰਕੇ ਜਾਵੋ। ਸੁਨਤ ਸਚਵ ਲੈ ਬੇਸਵਾ ਸੰਗਾ। ਤੋ ਕਹਿੰਦੇ ਨੇ ਵੇਸਵਾਵਾਂ ਨੂੰ ਨਾਲ ਲੈ ਕਰਕੇ ਇਹ ਫਿਰ ਵਜ਼ੀਰ ਗਿਆ ਹੈ। ਜਿਨਹਿ ਬਲੋਕ ਜਤ ਆਨੰਗਾ। ਕਹਿੰਦੇ ਨੇ ਜਿਨ੍ਹਾਂ ਨੂੰ ਵੇਖ ਕਰਕੇ ਸੋ ਇਸ ਪ੍ਰਕਾਰ ਜਾਤੀ ਸਤੀ ਲੋਕ ਜਿਹੜੇ ਆਪਣਾ ਧਰਮ ਛੱਡ ਬੈਠਦੇ ਹਨ। ਆਏ ਸਮੀਪ ਕਰੀ ਨਿਰਤਕਾਰੀ। ਤੇ ਉਹਨਾਂ ਨੇ ਆਣ ਕਰਕੇ ਸੋ ਆਪਣਾ ਸੋ ਨਿਰਤਕਾਰੀ ਸੋ ਇਸ ਪ੍ਰਕਾਰ ਜਿਹੜਾ ਹੈ ਨੱਚਣ ਆਦਿਕ ਦਾ ਕੰਮ ਕੀਤਾ ਹੈ। ਕਹਿ ਮੰਤਰੀ ਇਹ ਭੇਟ ਤੁਮਾਰੀ। ਤੇ ਵਜ਼ੀਰ ਕਹਿਣ ਲੱਗਾ, ਮਹਾਰਾਜ ਜੀ ਤੁਹਾਡੀ ਭੇਟਾ ਰਾਜੇ ਨੇ ਭੇਜੀ ਹੈ ਜੀ। ਪਠੀ ਭੂਪ ਹਿਰਦਾ ਹੁਲਸਾਵਨ। ਤੋ ਤੁਹਾਡੇ ਮਨ ਨੂੰ ਪ੍ਰਸੰਨ ਕਰਨ ਵਾਸਤੇ ਇਹਨਾਂ ਨੂੰ ਭੇਜਿਆ ਹੈ। ਸੁਨ ਬੋਲੇ ਜਿਨ ਕੀਰਤ ਪਾਵਨ। ਜਿਨ੍ਹਾਂ ਦੀ ਬੜੀ ਭਾਰੀ ਉੱਚੀ ਸੁੱਚੀ ਕੀਰਤੀ ਜਸ ਹੈ। ਮੇਰੇ ਸਤਿਗੁਰੂ ਜੀ ਬਚਨ ਕੀਤਾ ਅੱਗੋਂ, ਇਹ ਬਿਖ ਭਰੀਆਂ ਗੰਦਲਾਂ। ਤੋ ਉਹ ਸ਼ਬਦ ਵਿੱਚ ਜ਼ਿਕਰ ਹਨ। ਕਹਿੰਦੇ ਜ਼ਹਿਰ ਦੀਆਂ ਭਰੀਆਂ ਗੰਦਲਾਂ ਦੀ ਨਿਆਈ ਹਨ ਇਹ ਸਰੀਰ ਜਿਹੜੇ ਨੇ। ਧਰੀਆਂ ਖੰਡ ਲਿਵਾੜ। ਇਹ ਜੜੀਆਂ ਜਿਵੇਂ ਖੰਡ ਨਾਲ ਲਬੇੜੀਆਂ ਹੁਣ ਤੇ ਜ਼ਹਿਰ ਦੀਆਂ ਗੰਦਲਾਂ ਵਿੱਚ ਹੁਣ। ਇਹ ਭਾਈ ਐਸਾ ਇਹਨਾਂ ਦਾ ਰੂਪ ਹੈ। ਸੁੰਦਰ ਰੂਪ ਅਪਾਰ ਹੈ। ਠੀਕ ਹੈ, ਰੂਪ ਸੁੰਦਰ ਹੈ ਇਹਨਾਂ ਦਾ। ਦੇਤੀ ਜਨਮ ਵਿਗਾੜ। ਭਾਈ ਜਿਹੜਾ ਇਹਨਾਂ ਨੂੰ ਦੇਖ ਕਰਕੇ ਇਸ ਪ੍ਰਕਾਰ ਡੋਲ ਜਾਵੇ, ਜਨਮ ਵਿਗਾੜ ਦਿੰਦੀਆਂ ਹਨ ਇਹ। ਚੌਪਈ ਦੁਰਗੰਧ ਕੋ ਬਾਸਨ ਹੈ ਦੇਹੀ। ਇਹਨਾਂ ਦੀ ਦੇਹ ਸਰੀਰ ਜਿਹੜੀ ਹੈ ਨਾ ਪਾਪਾਂ ਰੂਪ ਦੁਰਗੰਧੀ ਵਾਲੀ ਹੈ। ਇਨਹਿ ਸਪਰਸੇ ਹੋਵੇ ਜੋ ਸਨੇਹੀ। ਜਿਹੜਾ ਇਹਨਾਂ ਨਾਲ ਪ੍ਰੇਮ ਕਰਕੇ ਸਪਰਸ਼ ਕਰਦਾ ਹੈ। ਇਹ ਠਾ ਜਨਮ ਭ੍ਰਿਸ਼ਟ ਤਿਨ ਕੇਰਾ। ਕਹਿੰਦੇ ਉਹਨਾਂ ਦਾ ਇੱਥੇ ਐਸ ਲੋਕ ਵਿੱਚ ਜਨਮ ਭ੍ਰਿਸ਼ਟ ਹੋ ਜਾਂਦਾ ਹੈ। ਮੋਏ ਨਰਕ ਮਹਿ ਜਮ ਨੈ ਗੇਰਾ। ਤੋ ਕਹਿੰਦੇ ਜਦੋਂ ਮਰ ਕੇ ਅੱਗੇ ਪਰਲੋਕ 'ਚ ਜਾਂਦੇ ਨੇ ਤੇ ਫਿਰ ਕਹਿੰਦੇ ਨਰਕਾਂ ਦੇ ਵਿੱਚ ਜਮਦੂਤ ਸੁੱਟਦੇ ਹਨ ਉਹਨਾਂ ਲੋਕਾਂ ਨੂੰ। ਸੁਨ ਮੰਤਰੀ ਕਰ ਬੰਧਨ ਗਇਓ। ਤੋ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਇਹ ਵਜ਼ੀਰ ਵਾਪਸ ਗਿਆ ਹੈ। ਨਿਰਪਸੋਂ ਸਭ ਬਿਦ ਭਾਖਤ ਭਇਓ। ਸਾਰੀ ਵਿਧੀ ਤਰੀਕਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਉੱਚ ਅਵਸਥਾ ਦਾ ਜਾ ਕੇ ਰਾਜੇ ਨੂੰ ਸਮਝਾ ਦਿੱਤਾ ਹੈ। ਦੋਖ ਆਰੋਪਤ ਇਨਕੇ ਮਾਹੀ। ਭਾਈ ਸਤਿਗੁਰੂ ਮਹਾਰਾਜ ਜੀ ਨੇ ਤਾਂ ਇਹਨਾਂ ਵਿੱਚ ਦੋਸ਼ ਆਰੋਪੇ ਹਨ। ਆਪਣੇ ਅੰਗ ਸਪਰਸਤ ਨਾਹੀ। ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਨੂੰ ਕੋਈ ਛੋਹਦੇ ਨਹੀਂ ਹਨ। ਪਰਸਰਾਮ ਕੋ ਕਹਿ ਅਵਨੀਪਾ। ਰਾਜਾ ਹੁਣ ਆਪਣੇ ਵਜ਼ੀਰ ਨੂੰ ਕਹਿੰਦਾ ਇਸ ਤਰ੍ਹਾਂ, ਅਬ ਕੇ ਬਹੁਰ ਜਾਏ ਸਮੀਪਾ। ਕਹਿੰਦੇ ਹੁਣ ਇੰਜ ਕਰੋ ਦੁਬਾਰਾ ਫਿਰ ਗੁਰੂ ਸਾਹਿਬ ਦੇ ਕੋਲ ਜਾਓ। ਸੁੰਦਰ ਭੂਖਨ ਬਸਨ ਸੁਹਾਏ। ਸੋਹਣੇ ਸੋਹਣੇ ਬਸਤਰ ਗਹਿਣੇ ਆਦਿਕ ਲੈ ਕੇ ਜਾਓ ਤੁਸੀਂ। ਦੇਵਹ ਤਿੰਨ ਜੇ ਮਨ ਲਲਚਾਏ। ਦੇਖੋ ਉਹਨਾਂ ਦੇ ਮੂਹਰੇ ਰੱਖ ਕਰਕੇ ਜੇ ਲਾਲਚੀ ਹੋ ਜਾਣ ਤਾਂ ਭਾਵ ਸੀ ਕੌਣ ਹੈ ਜਿਹੜਾ ਇਸ ਪ੍ਰਕਾਰ ਸੋ ਲਾਲਚ ਆਦਿ ਤੋਂ ਰਹਿਤ ਹੋਵੇ। ਲੈ ਮੰਤਰੀ ਭੂਖਨ ਪਟ ਰੂਰੇ। ਤੋ ਕਹਿੰਦੇ ਨੇ ਮੰਤਰੀ ਜਿਹੜਾ ਸੀ ਸੋਹਣੇ ਸੋਹਣੇ ਬਸਤਰ ਗਹਿਣੇ ਲੈ ਕਰਕੇ ਗਿਆ ਹੈ। ਆਏ ਧਰੇ ਆਗੇ ਗੁਰ ਪੂਰੇ। ਪੂਰਨ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਲਿਆਣ ਕਰਕੇ ਉਸਨੇ ਰੱਖ ਦਿੱਤੇ ਹਨ। ਲੇਹੋ ਭੇਟ ਇਹ ਭੂਪ ਪਠਾਈ। ਮਹਾਰਾਜ ਜੀ ਤੁਹਾਡੀ ਭੇਟਾ ਰਾਜੇ ਨੇ ਭੇਜੀ ਆ, ਕਬੂਲ ਕਰ ਲਓ ਮਹਾਰਾਜ। ਦੇਖਤ ਸ੍ਰੀ ਗੁਰ ਗਿਰਾ ਅਲਾਈ। ਦੇਖ ਕੇ ਮੇਰੇ ਸਤਿਗੁਰੂ ਪਾਤਸ਼ਾਹ ਨੇ ਅੱਗੋਂ ਬਾਣੀ ਉਚਾਰਨ ਕੀਤੀ ਹੈ। ਕਾਇਆ ਕੱਪੜ ਕੂੜ ਹੈ। ਹਜੂਰ ਕਹਿੰਦੇ ਨੇ ਤੁਸੀਂ ਕੱਪੜੇ ਲਿਆਂਦੇ ਨੇ, ਇਹ ਸਰੀਰ ਹੀ ਜਿਹੜਾ ਐਸਾ ਕੱਪੜਾ ਹੈ ਇਹ ਝੂਠਾ ਹੀ ਹੈ। ਇਨ ਕੋ ਦੇਖ ਨਾ ਭੂਲ। ਕਹਿੰਦੇ ਹੈ ਵਜ਼ੀਰ ਜੀ ਇਸ ਨੂੰ ਦੇਖ ਕੇ ਭੁੱਲਣਾ ਨਹੀਂ ਚਾਹੀਦਾ। ਸੋਇਨਾ ਰੂਪਾ ਮਾਲ ਧਨ। ਇਹ ਜਿੰਨਾ ਸੋਇਨਾ ਹੈ, ਚਾਂਦੀ ਹੈ, ਧਨ ਮਾਲ ਆਦਿਕ ਜੋ ਵੀ ਹੈ, ਏਈ ਨਰਕ ਕੇ ਮੂਲ। ਇਹ ਨਰਕਾਂ 'ਚ ਪੈਣ ਦੀ ਜੜ ਹੈ। ਇਹੀ ਨਰਕਾਂ 'ਚ ਲੈ ਜਾਂਦੇ ਲਾਲਚੀ ਬੰਦਿਆਂ ਨੂੰ। ਚੌਪਈ ਕਾਇਆ ਆਦ ਕੱਪੜ ਹੈ ਕੂੜੇ। ਉਹ ਕਹਿੰਦੇ ਸਰੀਰ ਆਦਿ ਕੱਪੜੇ ਝੂਠੇ ਹਨ। ਇਨ ਬਲੋਕ ਭੂਲਤ ਹੈ ਮੂੜੇ। ਉਹ ਕਹਿੰਦੇ ਹੈ ਮੂਰਖ ਬੰਦੇ ਮਤਾ ਇਹਨੂੰ ਦੇਖ ਕਰਕੇ ਭੁੱਲੇ ਤੂੰ। ਹਮਰੇ ਇਹੋ ਨਾ ਕਿਸਹੂ ਕਾਜਾ। ਭਾਈ ਦੇਖ ਇਹ ਸਾਡੇ ਤਾਂ ਕਿਸੇ ਕੰਮ ਨਹੀਂ ਹਨ। ਜਾਏ ਦੀਜੀਏ ਆਪਨ ਰਾਜਾ। ਜਾ ਕੇ ਆਪਣੇ ਰਾਜੇ ਨੂੰ ਵਾਪਸ ਕਰ ਦੇ, ਸਾਡੇ ਇਹ ਕਿਸੇ ਕੰਮ ਨਹੀਂ ਹਨ। ਸੁਨ ਮੰਤਰੀ ਗਾ ਨਿਕਟ ਰਜਾਨਾ। ਉਹ ਮੰਤਰੀ ਜਿਹੜਾ ਵਜ਼ੀਰ ਸੀ ਵਾਪਸ ਰਾਜੇ ਦੇ ਕੋਲ ਚਲਾ ਗਿਆ ਹੈ।
ਆਮ ਪ੍ਰਕਾਰ ਮੁਖ ਬਚਨ ਬਖਾਨਾ। ਇਸ ਪ੍ਰਕਾਰ ਕਹਿੰਦੇ ਇਉਂ ਬਚਨ ਉਚਾਰਨ ਕੀਤਾ ਮੁਖ ਤੋਂ। ਉੱਤਮ ਸੰਤ ਸੁਸ਼ੀਲ ਉਦਾਰਾ। ਕਹਿਣ ਲੱਗਾ ਭਈ ਸੰਤ ਬਹੁਤ ਉੱਤਮ ਨੇ, ਬੜੇ ਨਰਮ ਸੁਭਾਅ ਦੇ ਨੇ, ਬੜੇ ਨੇਕ ਹਨ ਗੁਰੂ ਨਾਨਕ ਸਾਹਿਬ ਜੀ। ਕਸੂ ਨਾ ਲੇਵਤ ਪਠਿਓ ਤੁਮਾਰਾ। ਜੋ ਵੀ ਤੁਸੀਂ ਭੇਟਾਂ ਇਹ ਭੇਜੀਆਂ ਨੇ ਪਰਖ ਵਾਸਤੇ, ਕੋਈ ਸ਼ਰਧਾ ਦੇ ਨਾਲ ਸਤਿਗੁਰੂ ਪਾਤਸ਼ਾਹ ਦੀ ਸੇਵਾ ਲਈ ਨਹੀਂ, ਇਹ ਤਾਂ ਪਰਖਾਂ ਸਨ। ਇਸ ਲਈ ਗੁਰੂ ਪਾਤਸ਼ਾਹ ਨੇ ਸਭ ਮੋੜ ਦਿੱਤੀਆਂ ਹਨ। ਚਲੋ ਆਪ ਤਿਹ ਦਰਸ਼ਨ ਕੀਜੈ। ਇਸ ਲਈ ਰਾਜਾ ਸਿਵਨਾਭ ਜੀ ਸੋ ਸੰਤ ਪੂਰਨ ਹਨ, ਤੂੰ ਚੱਲ ਕੇ ਦਰਸ਼ਨ ਕਰ। ਸ੍ਰੀ ਨਾਨਕ ਕੋ ਪਰਖ ਪਤੀਜੈ। ਇਸ ਵਾਸਤੇ ਹੁਣ ਤੂੰ ਆਪਣੀ ਤਸੱਲੀ ਕਰ ਤੇ ਧੰਨ ਗੁਰੂ ਨਾਨਕ ਮਹਾਰਾਜ ਨੂੰ ਪਰਖ ਕਰਕੇ ਤੇ ਮਹਾਰਾਜ ਤੇ ਭਰੋਸਾ ਨਿਸ਼ਚਾ ਕਰ ਲੈ। ਸੁਨਤ ਸੁਮਤ ਕੇ ਭੂਪਤ ਬੈਨਾ। ਸੋਹਣੇ ਇਸ ਪ੍ਰਕਾਰ ਸੋ ਜਿਹੜੇ ਬਚਨ ਸੁਣ ਕਰਕੇ ਆਪਣੇ ਮੰਤਰੀ ਵਜ਼ੀਰ ਦੇ ਗਮਨਿਓ ਆਪ ਨਿਕਟ ਗੁਣ ਐਨਾ। ਗੁਣਾਂ ਦੇ ਖਜ਼ਾਨੇ ਧੰਨ ਗੁਰੂ ਨਾਨਕ ਮਹਾਰਾਜ ਦੇ ਫੇਰ ਦਰਸ਼ਨ ਕਰਨ ਗਿਆ। ਸਾਧ ਸੰਗਤ ਇੱਥੇ ਜਿਹੜਾ ਵੀ ਮਰਜੀ ਪਖੰਡੀ ਜਿੱਡਾ ਮਰਜੀ ਬਣ ਕੇ ਆ ਜਾਏ, ਝੱਟ ਦੁਨੀਆ ਮਗਰ ਤੁਰ ਪੈਂਦੀ ਹੈ। ਇਹ ਦੇਖ ਲਓ ਰਾਜੇ ਸ਼ਿਵਨਾਭ ਨੇ ਪੂਰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਖੰਡਾਂ ਤੋਂ ਸਤੇ ਹੋਏ ਨੇ। ਪਹਿਲੇ ਪਰਖਾਂ ਕਿੰਨੀਆਂ ਕੀਤੀਆਂ ਨੇ, ਕਿਉਂਕਿ ਬਜ਼ੁਰਗਾਂ ਦਾ ਬਚਨ ਹੈ, ਕਹਿੰਦੇ ਗੁਰੂ ਫੜੀਏ ਚੁਣ ਕੇ, ਪਾਣੀ ਪੀਏ ਪੁਣ ਕੇ। ਹੁਣ ਕਹਿੰਦਾ ਮੈਂ ਗੁਰੂ ਧਾਰਨ ਕਰਨਾ, ਪਰ ਪੂਰਾ ਗੁਰੂ ਨਾਨਕ ਜਿਸ ਤਰ੍ਹਾਂ ਮੈਂ ਸੁਣਿਆ ਨਾ ਉਸੇ ਤਰ੍ਹਾਂ ਨਿਸ਼ਚਾ ਕਰੂੰ, ਪਰਖ ਕਰੂੰ, ਫੇਰ ਹੀ ਗੁਰੂ ਦੇ ਚਰਨੀ ਲੱਗੂੰਗਾ। ਪੀਰ ਨਰਨ ਕੀ ਲੀਨੇ ਸੰਗਾ। ਬਹੁਤ ਸਾਰੇ ਲੋਕਾਂ ਦੀ ਭੀੜ ਨਾਲ ਲੈ ਲਈ ਰਾਜੇ ਨੇ। ਮਿਲਨ ਹੈ ਸਤ ਗੁਰੂ ਉਮੰਗਾ। ਉਤਸ਼ਾਹ ਦੇ ਸਹਿਤ ਧੰਨ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨ ਲਈ ਚੱਲਿਆ ਹੈ। ਪਹੁੰਚਿਓ ਉਪਬਨ ਹੋਏ ਸਮੀਪਾ। ਜਿਹੜਾ ਬਾਗ ਹਰਿਆ ਕੀਤਾ ਗੁਰੂ ਨਾਨਕ ਸਾਹਿਬ ਜਿੱਥੇ ਬੈਠੇ ਸਨ ਉਸ ਦੇ ਕੋਲ ਗਿਆ ਹੈ। ਪਦ ਬੰਦਨ ਕੀਨੀ ਅਵਨੀਪਾ। ਰਾਜੇ ਨੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਦਰਸ ਬਲੋਕਤ ਬਧਿਓ ਆਨੰਦਾ। ਜਦੋਂ ਗੁਰੂ ਸਾਹਿਬ ਦਾ ਦਰਸ਼ਨ ਕੀਤਾ ਸਾਧ ਸੰਗਤ ਤਾਂ ਪੂਰਨ ਸਤਿਗੁਰੂ ਦਾ ਦਰਸ਼ਨ ਕਰਕੇ ਇਹਦਾ ਹਿਰਦਾ ਆਨੰਦ ਹੋ ਗਿਆ, ਖਿੜ ਗਿਆ ਹੈ। ਜਿਉ ਸਾਗਰ ਪਿਖ ਪੂਰਨ ਚੰਦਾ। ਕਹਿੰਦੇ ਜਿਸ ਤਰ੍ਹਾਂ ਪੂਰਨਮਾਸ਼ੀ ਦਾ ਚੰਦਰਮਾ ਦੇਖ ਕਰਕੇ ਸਮੁੰਦਰ ਉਛਲਦਾ ਹੈ, ਇਵੇਂ ਗੁਰੂ ਸਾਹਿਬ ਦਾ ਦਰਸ਼ਨ ਕਰਕੇ ਇਸ ਦਾ ਹਿਰਦਾ ਉਤਸ਼ਾਹ ਵਿੱਚ ਆਇਆ ਹੈ। ਬਹੁਰ ਠਾੜ ਭਾ ਗੁਰੂ ਅਗਾਰੀ। ਫਿਰ ਸਤਿਗੁਰੂ ਜੀ ਦੇ ਸਾਹਮਣੇ ਇਹ ਖੜਾ ਹੋ ਗਿਆ ਹੈ। ਸ੍ਰੀ ਨਾਨਕ ਤਬ ਗਿਰਾ ਉਚਾਰੀ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਇਸ ਵੇਲੇ। ਸੁਨ ਰਾਜਾ ਸਿਵਨਾਭ ਤੂੰ। ਤੋ ਮਹਾਰਾਜ ਕਹਿੰਦੇ ਰਾਜਾ ਸਿਵਨਾਭ ਸੁਣ ਭਾਈ ਤੂੰ। ਸੁਭ ਮਤ ਤੇਰੀ ਰਾਸ। ਤੇਰੀ ਸੋਹਣੀ ਸਚਾਈ ਵਿੱਚ ਹੈ, ਮਤ ਤੇਰੀ ਚੰਗੀ ਅਕਲ ਹੈ। ਨਾਨਕ ਪੜਦਾ ਦੂਰ ਕਰ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਹੁਣ ਭਰਮ ਭੁਲੇਖਾ ਪੜਦਾ ਜਿਹੜਾ ਭਰਮ ਦਾ ਦੂਰ ਕਰ ਦੇ। ਹੋਵੇਂ ਦਾਸਨ ਦਾਸ। ਤਾਂ ਤੂੰ ਸੇਵਕਾਂ ਦਾ ਸੇਵਕ ਗੁਰਸਿੱਖ ਬਣੇਗਾ। ਚਉਪਈ ਸੁਨ ਸ੍ਰੀ ਗੁਰ ਕੇ ਬਚਨ ਰਜਾਨਾ। ਤੋ ਰਾਜੇ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ ਜਦੋਂ ਨਿਸ਼ਚਾ ਭਇਓ ਹਿਰਦੇ ਸੁਖ ਮਾਨਾ। ਨਿਸ਼ਚਾ ਹੋ ਗਿਆ, ਬੜਾ ਸੁਖੀ ਹੋਇਆ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਹਨ। ਤਦਪ ਏਕ ਨਿਸ ਲਿਓ ਪਤਿਆਰਾ। ਪਰ ਕਹਿੰਦਾ ਅਜੇ ਵੀ ਜਿਸ ਤਰ੍ਹਾਂ ਕਹਿੰਦੇ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰਦਾ ਹੈ। ਬਹੁਤ ਕਹਿੰਦੇ ਲੋਕਾਂ ਨੇ ਸਤਾਇਆ ਸੀ, ਕਹਿੰਦੇ ਹੋ ਸਕਦਾ ਕੋਈ ਇਸ ਪ੍ਰਕਾਰ ਸੋ ਜਾਦੂਗਰੀ ਨਾ ਹੋਵੇ, ਇਹੋ ਜਿਹੇ ਟੂਣੇ ਟੰਮਣਾ ਵਾਲਾ ਕੋਈ ਜਿਹੜਾ ਸਾਨੂੰ ਭਰਮਾ ਰਿਹਾ। ਕਹਿੰਦਾ ਇੱਕ ਵਾਰ ਮੈਂ ਮਹਾਰਾਜ ਪੂਰੀ ਪਰਖ ਜ਼ਰੂਰ ਕਰੂੰਗਾ। ਪੰਥ ਕਰੋ ਪੁਨ ਅੰਗੀਕਾਰਾ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਸਿੱਖ ਪੰਥ ਹੈ ਉਸ ਨੂੰ ਅੰਗੀਕਾਰ ਕਰਕੇ ਗੁਰੂ ਦਾ ਸਿੱਖ ਬਣੂੰਗਾ ਮੈਂ। ਅਸਮਨ ਠਾਨ ਗਇਓ ਨਿਜ ਧਾਮਾ। ਇਹੋ ਮਨ ਵਿੱਚ ਠਾਨ ਕੇ ਨਿਸ਼ਚੈ ਕਰਕੇ ਆਪਣੇ ਘਰ ਨੂੰ ਗਿਆ ਹੈ। ਉਪਬਨ ਰਾਜਤ ਪੂਰਨ ਕਾਮਾ। ਤੇ ਕਾਮਨਾ ਨੂੰ ਪੂਰਨ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਬਾਗ ਵਿੱਚ ਹੀ ਸਜੇ ਹੋਏ ਹਨ। ਬਹੁਤ ਸੁੰਦਰ ਪਰ ਅੰਕ ਪਠਾਏ। ਇਸ ਨੇ ਸੋਹਣੇ ਸੋਹਣੇ ਪਲੰਘੇ ਆਸਣ ਮਹਾਰਾਜ ਲਈ ਭੇਜ ਦਿੱਤੇ ਹਨ ਬਾਗ ਵਿੱਚ। ਸੇਵਨ ਹਿਤ ਸੇਵਕ ਤਬ ਆਏ। ਸੇਵਾ ਕਰਨ ਵਾਸਤੇ ਸੇਵਾਦਾਰ ਆ ਗਏ ਹਨ। ਰੈਨ ਭਏ ਪਦ ਮਨ ਬੁਲਵਾਈ। ਜਦੋਂ ਰਾਤ ਹੋ ਗਈ ਤੇ ਰਾਜੇ ਨੇ ਆਪਣੀ ਅਖੀਰਲੀ ਪਰਖ ਜਿਹੜੀ ਆ ਕੀਤੀ ਹੈ। ਇਸ ਪ੍ਰਕਾਰ 4 ਪ੍ਰਕਾਰ ਦੀ ਔਰਤਾਂ ਦੀ ਜਾਤੀ ਹੈ, ਕੋਕ ਸ਼ਾਸਤਰ ਵਿੱਚ ਜ਼ਿਕਰ ਆਉਂਦਾ ਹੈ। ਤਾਂ ਕਹਿੰਦੇ ਪਦਮਨੀ ਜਾਤੀ ਜਿਹੜੀ ਔਰਤਾਂ ਦੀ ਸਭ ਤੋਂ ਸੁੰਦਰ ਮੰਨੀ ਜਾਂਦੀ ਹੈ। ਤਾਂ ਕਹਿੰਦੇ ਪਦਮਨੀ ਜਾਤੀ ਦੀਆਂ ਇਸਤਰੀਆਂ ਜਿਹੜੀਆਂ ਸਨ ਉਹਨਾਂ ਨੂੰ ਭੇਜਿਆ ਹੈ। ਭੂਪਤ ਤਿਹ ਸੋ ਗਿਰਾ ਅਲਾਈ। ਰਾਜੇ ਨੇ ਉਹਨਾਂ ਦੇ ਨਾਲ ਇਉਂ ਬਚਨ ਕੀਤਾ, ਸੁੰਦਰ ਸਖੀਆਂ ਲੇਕਰ ਸੰਗਾ। ਕਹਿੰਦੇ ਸੋਹਣੀਆਂ ਆਪਣੀਆਂ ਸਖੀਆਂ ਜਿਹੜੀਆਂ ਨੇ ਸਹੇਲੀਆਂ ਨਾਲ ਲਓ। ਤਾਹੇ ਸੰਤ ਉਪਜਾਓ ਅਨੰਗਾ। ਜਾ ਕਰਕੇ ਜਿਹੜਾ ਸੰਤ ਆਇਆ ਨਾ ਉਸ ਦੇ ਹਿਰਦੇ ਵਿੱਚ ਮਾੜੀ ਵਾਸ਼ਨਾ ਪੈਦਾ
ਪੂਰਾ ਕਰਕੇ ਦਿਖਾਓ। ਤਿੰਨ ਸੁਨ ਨਵ ਸਤ ਕੀਨ ਸ਼ਿੰਗਾਰਾ। ਤਾਂ ਉਹਨਾਂ ਨੇ ਇਸ ਪ੍ਰਕਾਰ 16 ਪ੍ਰਕਾਰ ਦੇ ਸ਼ਿੰਗਾਰ ਲਾਏ ਨੇ ਸਰੀਰਾਂ ਤੇ। ਭੂਖਨ ਪਟ ਸੁਠ ਅੰਜਨ ਡਾਰਾ। ਸੋਹਣੇ ਵਸਤਰ ਪਾਏ ਨੇ, ਸੁਰਮਾ ਆਦਿਕ ਪਾ ਕੇ ਸ਼ਿੰਗਾਰ ਲਾਏ ਹਨ। ਉਪਬਨ ਵਿਖੇ ਆਨ ਤਤਕਾਲਾ। ਝੱਟ ਕਹਿੰਦੇ ਨੇ ਉਸ ਬਾਗ ਵਿੱਚ ਪਹੁੰਚ ਗਈਆਂ ਹਨ। ਰੂਪ ਅਨੂਪਮ ਰੁਚਿਰ ਵਿਸਾਲਾ। ਬੜੇ ਹੀ ਸੋਹਣੇ ਸੋਹਣੇ ਰੂਪ ਹਨ, ਸੁੰਦਰ ਨੌਜਵਾਨ ਸਰੀਰ ਹਨ। ਗੋਰ ਰੰਗ ਕੰਚਨ ਗਜ ਗੋਨੀ। ਤੋ ਇਸ ਪ੍ਰਕਾਰ ਗੋਰਾ ਰੰਗ ਸੋਨੇ ਵਰਗਾ ਹੈ, ਹਾਥੀ ਦੀ ਚਾਲ ਚੱਲਣ ਵਾਲੀਆਂ ਹਨ। ਕੱਚ ਮੇਚਕ ਜਨ ਕੰਧਰਪ ਸ਼ੋਨੀ। ਤੋ ਕੇਸ ਇਉਂ ਕਾਲੇ ਨੇ ਜਿਸ ਪ੍ਰਕਾਰ ਕਾਮ ਦੀਆਂ ਬੱਚੀਆਂ ਹੋਣ ਇਹ। ਪੀਨ ਉਰੋ ਜਨ ਖੰਜਨ ਨੈਨੀ। ਤੋ ਇਸ ਪ੍ਰਕਾਰ ਬੜੇ ਸੁੰਦਰ ਨੇਤਰ ਮਮੋਲਿਆਂ ਵਰਗੇ ਨੇ, ਛਾਤੀਆਂ ਕਰੜੀਆਂ ਨੇ। ਕਟ ਜਿਨ ਸ਼ੀਨ ਕੋਕਲਾ ਬੈਨੀ। ਤੋ ਸੋਹਣੇ ਕੋਇਲ ਵਾਂਗੂ ਬੋਲ ਹਨ, ਇਸ ਪ੍ਰਕਾਰ ਪਤਲੇ ਲੱਕ ਨੇ। ਸ਼ਿੰਗਾਰ ਰਸ ਕਵੀ ਜੀ ਪੂਰਾ ਕਰਦੇ ਹਨ। ਬਰਖ ਚਤੁਰਦਸ ਕੀ ਕਿਹ ਬੈਸਾ। ਕਿਸੇ ਦੀ ਤੇ 14 ਕੁ ਸਾਲ ਦੀ ਉਮਰ ਹੈ, ਕੋ ਖੋੜਸ ਕੀ ਰੂਪ ਸੁਦੇਸਾ। ਕੋਈ 16 ਕੁ ਸਾਲ ਦੀ ਉਮਰ ਵਾਲੀਆਂ ਹਨ ਇਹ, ਜੋ ਭੇਜੀਆਂ ਗੁਰੂ ਨਾਨਕ ਦੀ ਪਰਖ ਲਈ। ਚਲਤ ਹੋਤ ਭੂਖਨ ਝੁਨਕਾਰਾ। ਜਦੋਂ ਚੱਲਦੀਆਂ ਨੇ ਗਹਿਣੇ ਪਾਇਆ ਹੋਣ ਦੀ ਛਣਕਾਰ ਹੁੰਦੀ ਹੈ। ਮਨਹੁ ਮਦਨ ਕੋ ਬਜਤ ਨਗਾਰਾ। ਮਾਨੋ ਜਿਵੇਂ ਕਾਮਦੇਵ ਦਾ ਨਗਾਰਾ ਵੱਜਦਾ ਹੋਵੇ। ਜਿਨ ਕੋ ਚਿਤਵਨ ਬਾਨ ਸਮਾਨਾ। ਇਹਨਾਂ ਦਾ ਇਸ ਪ੍ਰਕਾਰ ਦੇਖਣਾ ਜਾਂ ਚੇਤੇ ਕਰਨਾ ਹੀ ਕਦੇ ਤੀਰ ਵਾਂਗੂ ਲੱਗਦਾ ਹੈ। ਪ੍ਰਗਟੀ ਕੁਟਲ ਧਨਖ ਪਰਮਾਨਾ। ਕਹਿੰਦੇ ਟੇਢੇ ਜਿਹੜੇ ਪ੍ਰਭੱਟੇ ਨੇ ਧਨਖ ਵਰਗੇ ਹਨ। ਇਸ ਤਰ੍ਹਾਂ ਮਨਹੁ ਭੂਪ ਇੱਕ ਕੀਨ ਬਹਾਨਾ। ਮਾਨੋ ਕਿ ਰਾਜੇ ਨੇ ਤੇ ਕਈ ਬਹਾਨਾ ਹੀ ਕੀਤਾ ਹੈ। ਆਵਾ ਮਦਨ ਕਰਨ ਪਤ ਆਨਾ। ਤੋ ਇਹ ਗੁਰੂ ਨਾਨਕ ਸਾਹਿਬ ਦੀ ਪਰਖ ਕਰਨ ਵਾਸਤੇ ਕਾਮਦੇਵ ਵੀ ਚੱਲ ਕੇ ਆਇਆ, ਸਮਝ ਲਓ। ਜਹ ਅਰਬਿੰਦ ਬਲੋਚਨ ਰਾਜਤ। ਜਿੱਥੇ ਫੱਬ ਰਹੇ ਬੈਠੇ ਸਨ ਗੁਰੂ ਨਾਨਕ ਸਾਹਿਬ ਜੀ, ਸੋ ਨੇਤਰ ਕਮਲਾਂ ਵਰਗੇ। ਤਹ ਬੈਸੀ ਜਿਨ ਪਿਖ ਰਤ ਲਾਜਤ। ਸੋ ਇਸ ਪ੍ਰਕਾਰ ਸੋ ਧੰਨ ਮੇਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਾਮਦੇਵ ਦੇ ਘਰ ਵਾਲੀ ਦਾ ਨਾਮ ਰਤੀ ਦੱਸਿਆ। ਕਹਿੰਦੇ ਰਤੀ ਵੀ ਸ਼ਰਮਿੰਦੀ ਹੁੰਦੀ ਇਹਨਾਂ ਦੀ ਸੁੰਦਰਤਾ ਨੂੰ ਵੇਖ ਕੇ ਆ ਗਈਆਂ ਨੇ। ਕਰ ਕਮਲਨ ਸੋ ਚਰਨ ਮੁਕੰਦਾ। ਤੋ ਆਸਥਾ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸੇਵਾ ਕਰਨ ਲੱਗੀਆਂ ਨੇ। ਚਾਪਤ ਭੀ ਧਰ ਹਿਰਦੇ ਆਨੰਦਾ। ਬੜਾ ਖੁਸ਼ ਹੋ ਕਰਕੇ ਮਹਾਰਾਜ ਦੇ ਚਰਨ ਚਾਪੀ ਕਰਦੀਆਂ ਹਨ। ਮੰਦ ਮੰਦ ਕਰ ਮੁਖ ਮੁਸਕਾਵਨ। ਨਾਲੇ ਹੌਲੀ ਹੌਲੀ ਮੁਸਕਰਾਉਂਦੀਆਂ ਹੱਸਦੀਆਂ ਨੇ। ਹਿਰਦੇ ਚਾਹਤ ਹੈ ਮਦਨ ਬੁਢਾਵਨ। ਚਾਹੁੰਦੀਆਂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਚਿੱਤ ਡੋਲ ਜਾਵੇ। ਕਰ ਕਟਾਖ ਗੁਰ ਔਰ ਨਿਹਾਰੀ। ਬੜੇ ਹਾਵ ਭਾਵ ਕਰਕੇ ਗੁਰੂ ਨਾਨਕ ਸਾਹਿਬ ਵੱਲ ਤੱਕਦੀਆਂ ਨੇ। ਮਦਰ ਮਰਦਲ ਮੁਖ ਗਿਰਾ ਉਚਾਰੀ। ਮੁਖ ਤੋਂ ਮਿੱਠੇ ਮਿੱਠੇ ਬੜੇ ਬਚਨ ਉਚਾਰਦੀਆਂ ਹਨ। ਮਨ ਹੋ ਕਾਮ ਕੀ ਬਾਜੀ ਬੀਨਾ। ਮਾਨੋ ਕਿ ਕਾਮਦੇਵ ਦੀਆਂ ਬੀਨਾਂ ਵਜਾਈਆਂ ਹੋਈਆਂ ਨੇ ਜੀਵਨ ਗਰਕ ਕਰਨ ਵਾਸਤੇ। ਜੋ ਸੁਰ ਮਨ ਕੋ ਕਰਤ ਅਧੀਨਾ। ਜੋ ਦੇਵਤਿਆਂ ਨੂੰ, ਰਿਸ਼ੀਆਂ ਮੁਨੀਆਂ ਨੂੰ ਵੀ ਅਧੀਨ ਕਰ ਲੈਂਦੀਆਂ ਹਨ। ਸੁਨੋ ਸੰਤ ਜੀ ਬਚਨਨ ਪੂਰੇ। ਤੋ ਕਹਿੰਦੇ ਬਚਨਾਂ ਦੇ ਪੂਰੇ ਹੋ ਸੰਤ ਜੀ ਸੁਣੋ। ਹਉ ਆਈ ਦਰਸ਼ਨ ਹਿਤ ਰੂਰੇ। ਤੁਹਾਡੇ ਸੁੰਦਰ ਦਰਸ਼ਨ ਕਰਨ ਆਈਆਂ ਹਾਂ ਅਸੀਂ। ਸੰਕਾ ਤਜੀਐ ਬਦਨ ਮਯੰਕੇ। ਸੋਹਣੇ ਚੰਦਰਮਾ ਸਰੀਖਾ ਮੁਖ ਹੈ ਜੀ, ਸੁੰਦਰ ਸਰੂਪ ਹੈ ਤੁਹਾਡਾ। ਸ਼ੰਕਾ ਨਿਵਰਤ ਕਰੋ ਆਪਣੀ। ਹਮਹਿ ਬਲੋਕ ਕਟਾਖਨ ਬੰਕੇ। ਤੋ ਮਹਾਰਾਜ ਤੁਸੀਂ ਸੋਹਣੇ ਨੇਤਰਾਂ ਦੇ ਨਾਲ ਸਾਡੇ ਵੱਲ ਤੱਕੋ ਜੀ। ਇਸਤਰਨ ਮਹਿ ਜੋ ਪਦਮਨ ਜਾਤੀ। ਅਸੀਂ ਮਹਾਰਾਜ ਐਵੇਂ ਨਹੀਂ, ਔਰਤਾਂ ਵਿੱਚੋਂ ਪਦਮਨੀ ਜਾਤੀ ਹੈ ਸਾਡੀ। ਸੋ ਮੁਝ ਮਹਿ ਲਖਨ ਬਖਿਆਤੀ। ਸਾਡੇ ਵਿੱਚ ਉਹ ਲੱਛਣ ਜਿਹੜੇ ਹਨ ਪ੍ਰਾਪਤ ਹਨ ਜੀ ਸੁੰਦਰਤਾ ਦੇ। ਸੁੰਦਰ ਮੋਰ ਕਠੋਰ ਅਰੋਜਾ। ਇਸ ਪ੍ਰਕਾਰ ਸਾਡਾ ਸਰੀਰ ਦੇਖੋ ਕਿੱਡਾ ਸੁੰਦਰ ਹੈ। ਕਰਹੁ ਸਪਰਸ਼ਨ ਪਾਨ ਸਰੋਜਾ। ਤੁਸੀਂ ਹਸਤ ਕਮਲਾਂ ਦੇ ਨਾਲ ਸਾਨੂੰ ਇਸ ਪ੍ਰਕਾਰ ਛੋਹਿਆ ਕਰੋ। ਆਧਾਰ ਅਦਰ ਮਦਰ ਅੰਮ੍ਰਿਤ ਕੀ ਨਿਆਈ। ਸਾਡੇ ਹੋਠ ਜਿਹੜੇ ਨੇ ਅੰਮ੍ਰਿਤ ਵਰਗੇ ਹਨ। ਆਪ ਲਿਹੋ ਰਸ ਹੋਵੇ ਮਮ ਸਾਈ। ਤੁਸੀਂ ਸਾਡੇ ਸੁਆਮੀ ਬਣੋ ਜੀ, ਸਾਡਾ ਸੁਖ ਲਓ ਤੁਸੀਂ। ਰੁਚਰ ਸਰੂਪ ਅਨੂਪ ਅਮੋਲਾ। ਤੋ ਬੜਾ ਅਮੋਲਕ ਸੁੰਦਰ ਤੁਹਾਡਾ ਸਰੂਪ ਹੈ ਜੀ। ਮਿਲ ਮਨ ਭਾਵਤ ਕਰਹੁ ਕਲੋਲਾ। ਸਾਡੇ ਨਾਲ ਮਿਲ ਕਰਕੇ ਮਨ ਦੀਆਂ ਖੁਸ਼ੀਆਂ ਕਰੋ ਜੀ। ਹੋਏ ਸਫਲ ਤਬ ਹੀ ਮਮ ਦੇਹਾ। ਸਾਡੀ ਸਰੀਰ ਤਾਂ ਹੀ ਸਫਲੀ ਹੋਵੇਗੀ
ਗ੍ਰਹਿਣ ਕਰੋ ਜਬ ਧਰ ਉਰ ਨੇਹ। ਜਦੋਂ ਸਾਡੇ ਨਾਲ ਪ੍ਰੇਮ ਕਰਕੇ ਸਾਨੂੰ ਗ੍ਰਹਿਣ ਕਰ ਲਓਗੇ ਅਸੀਂ ਤਾਂ ਹੀ ਖੁਸ਼ ਹੋਵਾਂਗੀਆਂ। ਕਿਰਪਾ ਜਬ ਬਾਣੀ ਬਣੀ ਅਧੀਨਾ। ਜਦੋਂ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਦੇਖਿਆ ਹੈ ਤਾਂ ਕਿਰਪਾ ਸਿੰਧ ਕਰ ਕਿਰਪਾ ਵਿਸਾਲਾ। ਕਿਰਪਾ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਨੇ ਇਹ ਸਾਰੀ ਇਹਨਾਂ ਦੀ ਗੱਲਬਾਤ ਸੁਣ ਲਈ ਹੈ। ਹੁਣ ਮੇਰੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਪੂਰਹੁ ਸ਼ਰਧਾ ਕਰਹੁ ਨਿਹਾਲਾ। ਤੇ ਕਹਿੰਦੀਆਂ ਨੇ ਮਹਾਰਾਜ ਸਾਡੀ ਸ਼ਰਧਾ ਪੂਰੀ ਕਰੋ, ਨਿਹਾਲ ਕਰੋ ਸਾਨੂੰ। ਅਸ ਜਬ ਬਾਣੀ ਭਨੀ ਅਧੀਨਾ। ਜਦੋਂ ਬੜੇ ਅਧੀਨ ਹੋ ਕਰਕੇ ਜਦੋਂ ਇਸ ਤਰ੍ਹਾਂ ਦੇ ਬਚਨ ਗੁਰੂ ਸਾਹਿਬ ਨੂੰ ਕਹੇ ਹਨ ਤਾਂ ਬੋਲੇ ਸ੍ਰੀ ਗੁਰੂ ਗੁਨੀ ਪਰਬੀਨਾ। ਮੇਰੇ ਸਤਿਗੁਰੂ ਜੀ ਮਹਾਨ ਪ੍ਰਬੀਨ ਚਤੁਰ ਗੁਣਾਂ ਦੇ ਖਜ਼ਾਨੇ ਬੋਲੇ ਬਚਨ ਕੀਤਾ। ਸਤ ਨਾਮ ਸਿਮਰਹੁ ਸੁਖ ਭਾਰੀ। ਧੰਨ ਮੇਰੇ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਮਹਾਨ ਸੁਖ ਪ੍ਰਾਪਤ ਕਰਨਾ ਹੈ ਤੇ ਪਰਮੇਸ਼ਵਰ ਦੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਸਿਮਰਨ ਕਰੋ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਸਤ ਸੰਗਤ ਜੀ। ਤੋ ਇਸ ਤਰੀਕੇ ਦੇ ਨਾਲ ਰਹਿਮਤਾਂ ਕਰਦੇ ਹਨ। ਤੋ ਜੇ ਅਗਰ ਇਹੋ ਜਿਹਾ ਸਮਾਂ ਆਇਆ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਹੀ ਪੂਰਨ ਨਿਕਲੇ ਹਨ। ਭਗਵਾਨ ਰਾਮ ਜੀ ਇਸ ਤਰੀਕੇ ਦੇ ਨਾਲ ਜਦੋਂ ਕਹਿੰਦੇ ਨੇ ਇਸ ਪ੍ਰਕਾਰ ਅਯੁੱਧਿਆ 'ਚ ਗਏ ਸੀਤਾ ਵਾਰੀ ਸੀ ਤੇ ਇਸ ਪ੍ਰਕਾਰ ਹੋਰ ਜਿਸ ਵੇਲੇ ਉਹਦੀਆਂ ਸਹੇਲੀਆਂ ਨੇ ਕਿਹਾ ਸੀ ਤਾਂ ਉਸ ਵੇਲੇ ਕਿਹਾ ਸੀ ਤੁਹਾਨੂੰ ਅਗਲੇ ਜਨਮ ਵਿੱਚ ਅਸੀਂ ਵਰਾਂਗੇ। ਉਹਨਾਂ ਦੀ ਵਾਸ਼ਨਾ ਮੇਟੀ ਨਹੀਂ, ਸੰਤੁਸ਼ਟ ਨਹੀਂ ਕਰਿਆ ਸੀ ਤਾਂ ਕ੍ਰਿਸ਼ਨ ਦੇ ਰੂਪ ਦੇ ਵਿੱਚ ਫਿਰ ਇਸ ਪ੍ਰਕਾਰ ਉਹਨਾਂ ਨੇ ਦੁਆਪਰ 'ਚ ਜਾ ਕਰਕੇ ਉਹਨਾਂ ਨੂੰ ਵਰਿਆ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਜੇ ਅਗਰ ਇਹੋ ਜਿਹੀ ਭਾਵਨਾ ਪਰਖ ਲਈ ਆਈ ਹੈ ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਹਿਰਦੇ ਵੀ ਸ਼ਾਂਤ ਕੀਤੇ ਹਨ। ਇਉਂ ਹਜੂਰ ਨੇ ਬਖਸ਼ਿਸ਼ ਕੀਤੀ ਸਫਲ ਜਨਮ ਕਰ ਲਿਹੋ ਇਹ ਬਾਰੀ। ਹਜੂਰ ਕਹਿੰਦੇ ਨੇ ਮਨੁੱਖਾ ਜਨਮ ਜਿਹੜਾ ਹੈ ਇਹ ਭਾਈ ਬਾਰ-ਬਾਰ ਨਹੀਂ ਮਿਲਦਾ। ਤਾਂ ਇਸੇ ਵਾਰੀ ਹੀ ਤੁਸੀਂ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰੋ ਤੇ ਆਪਣਾ ਜਨਮ ਸਫਲਾ ਕਰੋ। ਵਿਸੈ ਸਾਧ ਮਹਿ ਬੈਸ ਨਾ ਖੋਬਹੁ। ਇਹ ਵਿਸ਼ਿਆਂ ਦੇ ਸਵਾਦਾਂ ਵਿੱਚ ਲਾ ਕੇ ਉਮਰ ਐਵੇਂ ਗਵਾਓ ਨਾ। ਇਹ ਬੜਾ ਅਮੋਲਕ ਦੁਰਲਭ ਜਨਮ ਹੈ। ਹਰ ਕੋ ਭਜਹੁ ਮੁਕਤ ਸਭ ਹੋਵਹੁ। ਪਰਮੇਸ਼ਵਰ ਦਾ ਭਜਨ ਕਰਿਆ ਕਰੋ, ਤੁਹਾਡੀ ਮੁਕਤੀ ਹੋ ਜਾਏਗੀ। ਬਾਰ-ਬਾਰ ਜਨਮ ਮਰਨ ਵਿੱਚੋਂ ਬਚ ਜਾਓਗੇ। ਸੋਰਠ ਹਮ ਸੋ ਕੀਜੈ ਭੋਗ ਭਨਤ ਭਈ। ਤੋ ਇਹਨਾਂ ਨੇ ਬਸ਼ਰਮੀ ਦੀਆਂ ਗੱਲਾਂ ਗੁਰੂ ਸਾਹਿਬ ਨੂੰ ਕਹਿ ਦਿੱਤੀਆਂ। ਭਨਤ ਭਈ ਪੁਨ ਅੰਗਨਾ। ਇਹਨਾਂ ਔਰਤਾਂ ਨੇ ਇਉਂ ਗੱਲਾਂ ਕੀਤੀਆਂ ਹੋ ਤੁਮ ਪੂਰਨ ਜੋਗ ਪੂਰਨ ਕਰੀਏ ਕਾਮਨਾ। ਤੁਸੀਂ ਸਭ ਤਰ੍ਹਾਂ ਜੋਗ ਹੋ, ਸਾਡੀਆਂ ਕਾਮਨਾ ਪੂਰੀਆਂ ਕਰੋ। ਇਸ ਤਰੀਕੇ ਦੇ ਨਾਲ ਪੂਰਾ ਜ਼ੋਰ ਲਾ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਪਰਖ ਕੀਤੀ। ਮੇਰੇ ਸਤਿਗੁਰੂ ਜੀ ਨੇ ਇਹੋ ਜਿਹੇ ਇਤਿਹਾਸ ਸਿਰਜੇ ਨੇ ਕਿਉਂਕਿ ਇਹ ਵਰਤਦੇ ਨੇ ਦੁਨੀਆ ਦੇ ਵਿੱਚ। ਵੱਡੇ ਵੱਡੇ ਕਹਾਉਣ ਵਾਲੇ ਲੋਕ ਡੋਲ ਜਾਂਦੇ ਨੇ। ਮੇਰੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਅਡੋਲ ਕਰਨ ਵਾਸਤੇ ਇਹੋ ਜਿਹੇ ਪਾਵਨ ਪਵਿੱਤਰ ਆਪਣੇ ਜੀਵਨ 'ਚ ਬਿਰਤਾਂਤ ਕਰਕੇ ਤੋਂ ਗੁਰਸਿੱਖਾਂ ਨੂੰ ਦ੍ਰਿੜਤਾ ਭਰੋਸਾ ਤੇ ਗੁਰਸਿੱਖੀ ਦੀ ਮਹਾਨਤਾ ਪ੍ਰਗਟਾਈ ਹੈ। ਇਉਂ ਮੇਰੇ ਸ਼ਹਿਨਸ਼ਾਹ ਪਿਤਾ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੋਂ ਬਖਸ਼ਿਸ਼ ਕੀਤੀ ਹੈ। ਤੋਂ ਜਿਸ ਤਰੀਕੇ ਦੇ ਨਾਲ ਤੋਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਆਈਆਂ ਤਾਂ ਹਨ ਮਨ ਮੈਲਾ ਕਰਕੇ ਤੇ ਮੇਰੇ ਸਤਿਗੁਰੂ ਜੀ ਕਿਸ ਤਰ੍ਹਾਂ ਉਜਲ ਕਰਕੇ ਮਨ ਇਹਨਾਂ ਦੇ ਪਰਮੇਸ਼ਵਰ ਦੀ ਭਗਤੀ ਵਿੱਚ ਜੋੜਦੇ ਨੇ। ਤਾਂ ਅੱਗੇ ਪ੍ਰਸੰਗ ਦੇ ਵਿੱਚ ਜੋ ਹੈ ਸੋ ਬਚਨ ਆ ਰਹੇ ਨੇ ਤੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਤਿੰਨ ਕੇ ਸੁਨ ਕਰ ਬੈਨ ਸ੍ਰੀ ਨਾਨਕ। ਧੰਨ ਗੁਰੂ ਨਾਨਕ ਸਾਹਿਬ ਇਹਨਾਂ ਦੇ ਬਚਨ ਸੁਣੇ ਜਦੋਂ ਸ੍ਰੀ ਨਾਨਕ ਬੋਲਤ ਭਏ। ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਹੋਏ ਹਿਰਦੇ ਸੁਖ ਚੈਨ। ਤੁਹਾਡੇ ਹਿਰਦੇ ਵਿੱਚ ਸੁਖ ਚੈਨ ਸ਼ਾਂਤੀ ਆ ਜਾਏਗੀ। ਸ਼ਬਦ ਕਮਾਵਨ ਕੀਜੀਏ। ਤੋ ਭਾਈ ਤੁਸੀਂ ਗੁਰੂ ਦਾ ਸ਼ਬਦ ਲਓ ਤੇ ਸ਼ਬਦ ਦੀ ਕਮਾਈ ਕਰੋ। ਗੁਰ ਸ਼ਬਦ ਦੀ ਕਮਾਈ ਕਰੋਗੇ, ਸਤਨਾਮ ਦਾ ਨਾਮ ਜਪੋਗੇ, ਤੁਹਾਡਾ ਇਹ ਮਨੁੱਖਾ ਜਨਮ ਸਫਲ ਹੋ ਜਾਏਗਾ। ਇਉਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਜਿੱਥੇ ਵੀ ਜਾਂਦੇ ਨੇ ਮੁਕਤੀ ਦਾ ਦਾਨ ਦਿੰਦੇ ਨੇ, ਨਾਮ ਸਿਮਰਨ ਵਿੱਚ ਜੋੜਦੇ ਨੇ। ਸਾਹਿਬ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਨ ਸਾਡੇ ਮਨ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਉਪਦੇਸ਼ ਵਸੇ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ। ਜੋ ਹੋਵੇ ਸਾਹਿਬ ਸਿਮਲੇ ਦੀ ਦਾਤ ਪ੍ਰਾਪਤ ਹੋਵੇ। ਤਿੰਨ ਕੇ ਸੁਨ ਕਰ ਬੈਨ ਸ੍ਰੀ ਨਾਨਕ ਬੋਲਤ ਭਏ। ਹੋਏ ਹਿਰਦੇ ਸੁਖ ਚੈਨ ਸ਼ਬਦ ਕਮਾਵਨ ਕੀਜੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।